ਪਹਿਲੀ ਮੀਟਿੰਗ ਜਨਰਲ ਬਰਾੜ ਨੇ 3 ਤਰੀਕ ਸ਼ਾਮ ਨੂੰ 5 ਵਜੇ ਅੰਮ੍ਰਿਤਸਰ ਕੀਤੀ। ਉਹਨਾਂ ਨੇ ਚਿੱਠੀ ਲਿਖੀ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਡੀਓ ਲੈਟਰ ਕਿ ਵੀ ਮੈਂ ਇੱਥੇ ਆ ਗਿਆ, ਮੈਨੂੰ ਆਦੇਸ਼ ਹੋਏ ਨੇ ਕਿ ਸਿਵਲ ਐਡਮਿਨਿਸਟ੍ਰੇਸ਼ਨ ਦੀ ਏਡ ਦੇ ਵਿੱਚ ਮੈਂ ਐਕਟ ਕਰਾਂ। ਉਹ ਹੋਇਆ ਇਸ ਤਰ੍ਹਾਂ ਕਿ ਜਨਰਲ ਬਰਾੜ ਨੇ ਆਦੇਸ਼ ਦਿੱਤੇ ਕਿ ਵੀ BSF ਤੇ CRPF ਜਿਹੜੀ ਹੈ ਫਾਇਰਿੰਗ ਕਰੇਗੀ। ਇੰਟੈਂਟ ਉਹਨਾਂ ਦੀ ਇਹ ਸੀਗੀ ਕਿ ਜੇ ਫਾਇਰਿੰਗ ਹੋਏਗੀ ਤੇ ਮਿਲੀਟੈਂਟਸ ਜਿਹੜੇ ਨੇ ਫਾਇਰ ਬੈਕ ਕਰਨਗੇ। ਤਾਂ ਉਸ ਐਕਸਚੇਂਜ ਆਫ ਫਾਇਰ ਦੇ ਵਿੱਚ ਜੋ ਮੋਰਚਾਬੰਦੀ ਹੋਈ ਹੈ ਦਰਬਾਰ ਸਾਹਿਬ ਦੀ, ਉਹ ਪਤਾ ਲੱਗ ਜਾਏਗਾ ਵੀ ਕਿੱਥੇ ਕਿੱਥੇ ਮੋਰਚਾ ਹੈ, ਕਿਸ ਤਰ੍ਹਾਂ ਦੇ ਵੈਪਨ ਕਿਹੜੇ ਮੋਰਚੇ 'ਚ ਨੇ। ਐਸਾ ਕਿਉਂਕਿ ਮਾਹੌਲ ਵੀ ਇੱਦਾਂ ਹੀ ਬਣਿਆ ਸੀ। ਤੁਸੀਂ ਆਪ ਹੀ ਇਸ ਗੱਲ ਨੂੰ ਕਿਹਾ ਵੀ ਆਲਰੇਡੀ ਜਿਹੜੀ ਫੌਜ ਸੀਗੀ ਉਹ ਪਹਿਲੇ ਹੀ ਉੱਥੇ ਆ ਚੁੱਕੀ ਸੀ ਤੇ ਫੌਜ ਦਾ ਕਿਤੇ ਵੀ ਆਉਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਇੰਡੀਕੇਸ਼ਨ ਸੰਕੇਤ ਹੁੰਦਾ ਹੈ। 3 ਦੀ ਰਾਤ ਨੂੰ ਨੇਸ਼ਨ ਨੂੰ ਐਡਰੈਸ ਕੀਤਾ ਸੀਗਾ ਔਰ ਉਹਦੇ 'ਚ ਵੀ ਉਹਨਾਂ ਨੇ ਗੱਲ ਇਹੀ ਕਹੀ ਸੀ ਕਿ ਵੀ ਪੀਸ ਹੋਵੇ, ਰੀਕਨਸੀਲੀਏਸ਼ਨ ਹੋਵੇ, ਗੱਲਬਾਤ ਦੇ ਨਾਲ ਜਿਹੜਾ ਮਸਲਾ ਹੱਲ ਹੋਵੇ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਫੌਜ ਜਿਹੜੀ ਹੈ ਉਹ ਪੰਜਾਬ 'ਚ ਕਿਉਂ ਆਈ ਹੈ। ਨਾ ਉਹਨਾਂ ਨੂੰ ਪਤਾ ਸੀਗਾ ਵੀ ਫੌਜ ਦਾ ਐਕਸ਼ਨ ਹੋਣਾ, ਨਾ ਮੈਨੂੰ ਪਤਾ ਸੀ। ਜੋ ਗਵਰਨਮੈਂਟ ਦੇ ਆਰਡਰ ਇਸ਼ੂ ਹੋਏ ਉਹਦੇ 'ਚ ਵੀ ਇਹੀ ਲਿਖਿਆ ਹੋਇਆ ਸੀ ਵੀ 5 ਤਰੀਕ ਨੂੰ ਮੈਂ ਜਾ ਕੇ ਚਾਰਜ ਲੈਣਾ ਉਹਨਾਂ ਤੋਂ। ਤੁਹਾਡੇ ਗਿਣਤੀ ਦੇ ਵਿੱਚ ਕਿੰਨੇ ਕੁ ਲੋਕ ਸੀਗੇ ਔਰ ਮਤਲਬ ਕਿੰਨਾ ਔਖਾ ਸੀ ਉਹ ਸਾਰਾ ਸੀ? ਡੈਡ ਬਾਡੀਜ਼ ਦੀ ਜੋ ਹੈ ਉਹਨਾਂ ਦੀ ਰਿਮੂਵਲ, ਉਹਨਾਂ ਦਾ ਪੋਸਟਮਾਰਟਮ, ਉਹਨਾਂ ਦਾ ਸੰਸਕਾਰ, ਇਹ ਇੱਕ ਬੜਾ ਵੱਡਾ ਜਿਹੜਾ ਸੀਗਾ ਪ੍ਰੋਬਲਮ ਸੀਗੀ ਬਿਕੋਜ਼ ਨੰਬਰ ਆਫ ਡੈਥਸ ਕਾਫੀ ਹੋ ਗਈਆਂ ਸੀਗੀਆਂ। ਸੋ ਸਟੇਟ ਗਵਰਨਮੈਂਟ ਨੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਇਹਦਾ ਜ਼ਿੰਮਾ ਦਿੱਤਾ। ਔਖਾ ਨਹੀਂ ਲੱਗਿਆ ਸੀ ਇੱਕ ਵਾਰ ਜਦੋਂ ਕਿ ਚੰਗੇ ਭਲੇ ਤੁਸੀਂ ਕਿਸੇ ਹੋਰ ਕੈਡਰ 'ਚ ਦੂਰ ਬੈਠੇ ਸੀ ਤੇ ਇਹ ਜੇ ਸੀਨ ਦਾ ਜਾਂ ਇਹ ਜੇ ਇੱਕ ਜਿਹੜਾ ਹਾਦਸਾ ਪੰਜਾਬ ਦੇ ਵਿੱਚ ਇੱਕ ਕਾਲਾ ਧੱਬਾ ਬਣ ਕੇ ਦਰਜ ਹਜੇ ਤੱਕ ਹੈਗਾ, ਉਹਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਸਾਈਡ ਤੇ ਤੁਹਾਨੂੰ ਉਹਦਾ ਹਿੱਸਾ ਬਣਨਾ ਪਿਆ? ਜੀ ਇਟ ਵਾਸ ਵੈਰੀ ਅਨਫੋਰਚੂਨੇਟ, ਵੈਰੀ ਸੈਡ ਜੀ। ਬੜੀ ਇੱਕ ਤਰ੍ਹਾਂ ਦੀ ਬੰਦੇ ਨੂੰ ਹਿਲਾਉਣ ਵਾਲੀ ਜਿਹੜੀ ਸੀਗੀ ਇਹ ਸਾਰਾ ਕੁਝ ਹੋਇਆ। ਪਦਮ ਸ਼੍ਰੀ ਨੂੰ ਲੈ ਕੇ ਵੀ ਕਈ ਵਾਰੀ ਜਿਹੜੇ ਦਿੱਤਾ ਗਿਆ, ਬਾਅਦ ਵਿੱਚ ਕਈ ਵਾਰੀ ਇਹ ਗੱਲਾਂ ਆਉਂਦੀਆਂ ਨੇ ਵੀ ਸ਼ਾਇਦ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਅਫਸਰ ਸੀਗੇ ਜਾਂ ਉੱਥੇ ਉਹਨਾਂ ਨੇ ਉਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰੀਕ ਕੀਤਾ, ਉਹਨਾਂ ਨੂੰ ਸ਼ਾਇਦ ਨਵਾਜ਼ਿਆ ਗਿਆ। ਇਹ ਜਿਹੜੀ ਸਰਕਾਰ ਕੋਈ ਕਿਸੇ ਨੂੰ ਅਵਾਰਡ ਦਿੰਦੀ ਹੈ ਨਾ, ਉਹ ਇੱਕ ਇਕੱਲੇ ਕੋਈ ਕਿਸੇ ਇਵੈਂਟ ਦਾ ਨਹੀਂ ਹੁੰਦਾ, ਇਹ ਓਵਰਆਲ ਪਰਫਾਰਮੈਂਸ ਦੇਖ ਕੇ ਦਿੱਤਾ ਜਾਂਦਾ। ਇਨ ਐਨੀ ਕੇਸ ਬਲੂ ਸਟਾਰ ਦੇ ਵਿੱਚ ਤਾਂ ਮੇਰਾ ਕੋਈ ਰੋਲ ਹੀ ਨਹੀਂ ਸੀਗਾ। ਮੈਂ ਉਹ ਵੀ ਦੁਬਾਰਾ ਫੇਰ ਟਰੁੱਥ ਕਮਿਸ਼ਨ ਵੱਲ ਜਾਣਾ। ਹੁਣ ਤੁਸੀਂ ਦੇਖੋ ਵੀ ਕਿੰਨੀਆਂ ਰਿਟਾਂ ਹੋਈਆਂ ਹਾਈ ਕੋਰਟ ਦੇ ਵਿੱਚ, ਕਿੰਨੇ ਕ੍ਰਿਮੀਨਲ ਕੇਸ ਫਾਈਲ ਹੋਏ ਨੇ ਅਫਸਰਾਂ ਦੇ ਖਿਲਾਫ। ਹਾਂਜੀ, ਕਈ ਪੁਲਿਸ ਅਫਸਰਸ ਦੀ ਕਨਵਿਕਸ਼ਨ ਹੋਈ ਹੈ, ਕਈ ਵਿਚਾਰੇ ਸੁਸਾਈਡ ਕਮਿਟ ਕਰ ਗਏ। ਹਾਂਜੀ, ਉਸ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਤਾਂ ਉਹ ਮਤਲਬ ਇਸ ਹਾਲਾਤ ਨੂੰ ਕਿਵੇਂ ਤੁਸੀਂ ਟੈਕਲ ਕਰਨਾ ਹੈਗਾ, ਇਹਨੂੰ ਕੰਪਰੀਹੈਂਸਿਵਲੀ ਟੈਕਲ ਕਰੋ। ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਿਠਾਓ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਅ ਡਾਇਲੌਗ ਲੈ ਕੇ। ਜੂਨ ਦਾ ਮਹੀਨਾ ਪੰਜਾਬ ਲਈ, ਜੂਨ ਦਾ ਮਹੀਨਾ ਹਮੇਸ਼ਾ ਕਈ ਯਾਦਾਂ ਲੈ ਕੇ ਆਉਂਦਾ ਹੈ ਕਿਉਂਕਿ ਜੂਨ 1984 ਦੇ ਨਾਲ ਜੁੜਿਆ ਹੋਇਆ ਔਰ ਖਾਸ ਕਰਕੇ ਅੱਜ ਦੇ ਦਿਨ, ਅੱਜ ਕੱਲ੍ਹ ਦੇ ਦਿਨ ਜਿਹੜੇ ਬਹੁਤ ਹੀ ਇੰਪੋਰਟੈਂਟ ਹੁੰਦੇ ਹੈ। ਇਸ ਸਭ ਦੇ ਵਿੱਚ ਅਸੀਂ ਵੀ ਕਈ ਤਰ੍ਹਾਂ ਦੀਆਂ ਬਾਰ-ਬਾਰ ਦੇਖਦੇ ਹਾਂ TV ਤੇ, ਅਖਬਾਰਾਂ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਦਿਨਾਂ ਦੀਆਂ ਕਹਾਣੀਆਂ, ਉਹਨਾਂ ਦਿਨਾਂ ਦੀ ਟੇਲ, ਉਹਨਾਂ ਦਿਨਾਂ ਦੀ ਅਸਲੀਅਤ, ਸਟੋਰੀਜ਼ ਬਾਰ-ਬਾਰ ਫਲੈਸ਼ ਹੁੰਦੀਆਂ। ਪਰ ਜਿੰਨੀ ਵਾਰੀ ਮਰਜ਼ੀ 35 ਸਾਲ ਗੁਜ਼ਰਨ ਦੇ ਬਾਵਜੂਦ ਵੀ ਉਹ ਜਿਹੜੀਆਂ ਸਟੋਰੀਜ਼ ਨੇ ਜਾਂ ਉਹ ਜਿਹੜੇ ਗੱਲਾਂ ਨੇ, ਉਹਦੇ ਨਾਲ ਲੋਕਾਂ ਦਾ ਜਿਹੜਾ ਹੈ ਉਹ ਹਜੇ ਦਰਦ ਜਿਹੜਾ ਹੈ ਉਹ ਘੱਟ ਨਹੀਂ ਹੋਇਆ। ਲੋਕ ਹਜੇ ਵੀ ਜਾਣਨਾ ਚਾਹੁੰਦੇ ਨੇ ਕਿ ਉਦੋਂ ਕੀ ਹੋਇਆ ਸੀ, ਐਸਾ ਕੀ ਹੋ ਗਿਆ ਸੀ ਜਿਸ ਦਾ ਦੁੱਖ, ਤਕਲੀਫ ਤੇ ਜ਼ਖਮ ਹਜੇ ਤੱਕ ਵੀ ਭਰੇ ਨਹੀਂ ਗਏ। ਕਈ ਕੜੀਆਂ ਨੇ ਉਹਦੇ ਵਿੱਚ, ਕਈ ਵਿਕਟਿਮ ਨੇ ਉਹਦੇ ਵਿੱਚ, ਕਈ ਤਰ੍ਹਾਂ ਦੇ ਲੋਕ ਉੱਥੇ ਜੁੜੇ ਹੋਏ ਸੀਗੇ। ਉਹਨਾਂ ਦੇ ਵਿੱਚ ਹੀ ਅੱਜ ਅਸੀਂ ਜਿਨ੍ਹਾਂ ਦੇ ਕੋਲ ਪਹੁੰਚੇ ਹਾਂ ਇਸ ਸਫ਼ਰ ਦੇ ਦੌਰਾਨ, ਉਹ ਉਸ ਟਾਈਮ ਮੌਕੇ ਦੇ DC ਸੀਗੇ ਅੰਮ੍ਰਿਤਸਰ ਦੇ ਵਿੱਚ, ਰਮੇਸ਼ ਇੰਦਰ ਸਿੰਘ ਜੀ।
ਉਹਨਾਂ ਦੇ ਕੋਲ ਅਸੀਂ ਪਹੁੰਚਿਆ ਜਾਣਨ ਲਈ, ਕਿਉਂਕਿ ਉਸ ਟਾਈਮ ਮੌਕੇ ਦੇ ਡੀਸੀ ਵੀ ਸੀਗੇ। ਉਹਦੇ ਬਾਅਦ ਉਹ ਮੁੱਖ ਸਕੱਤਰ ਵੀ ਰਹੇ ਨੇ ਪੰਜਾਬ ਦੇ, ਨਾਲ ਚੀਫ ਇਨਫੋਰਮੇਸ਼ਨ ਆਫਿਸਰ ਵੀ ਰਹੇ ਨੇ, ਆਰਟੀਆਈ ਦੇ ਰਹੇ ਨੇ, ਅਤੇ ਉਸ ਸਭ ਦੇ ਨਾਲ ਉਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਬਾਅਦ ਵਿੱਚ। ਇਹ ਸਾਰਾ ਤਾਂ ਉਹਨਾਂ ਦਾ ਪ੍ਰੋਫਾਈਲ ਹੈ, ਪਰ ਕਿਉਂਕਿ ਉਹ ਮੌਕੇ ਦੇ ਉਸ ਟਾਈਮ 'ਤੇ ਡੀਸੀ ਸੀਗੇ, ਤਾਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਉੱਥੇ ਕੀ ਹੋਇਆ ਸੀਗਾ। ਤੁਹਾਡਾ ਬਹੁਤ ਬਹੁਤ ਸਰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ, ਸਵਾਗਤ ਹੈ ਸਰ। ਉਹ ਦਿਨ ਜਿਹੜੇ ਸੀਗੇ ਹਮੇਸ਼ਾ ਲੋਕਾਂ ਦੇ ਮਨ ਦੇ ਵਿੱਚ, ਜ਼ਿਹਨ ਦੇ ਵਿੱਚ ਤਰੋਤਾਜ਼ਾ ਨੇ। ਜਿਹਨੇ ਦੇਖਿਆ ਉਹਦੇ ਵੀ, ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਦੇ ਵੀ ਇੱਕ ਕਿਊਰੀਓਸਿਟੀ ਹੈ ਹਜੇ ਤੱਕ। ਤੁਸੀਂ ਉਸ ਟਾਈਮ ਮੌਕੇ ਦੇ ਉੱਥੇ ਡੀਸੀ ਸੀਗੇ, ਜਿਹੜਾ ਕਿ ਜ਼ਿਲ੍ਹੇ ਦਾ ਹੈੱਡ ਹੁੰਦਾ। ਬਹੁਤ ਤੁਹਾਡੀ ਜਿਹੜੀ ਇੰਪੋਰਟੈਂਟ ਜਿਹੜੀ ਸੀ ਉਸ ਟਾਈਮ ਉਹ ਸੀਟ ਸੀਗੀ। ਮੈਂ ਜਾਣਨਾ ਜ਼ਰੂਰ ਚਾਹਾਂਗੀ ਕਿ ਉਦੋਂ ਹੋਇਆ ਕੀ ਸੀ। ਇਸ ਤਰ੍ਹਾਂ ਜੀ ਕਿ ਇਹ ਸੈਂਟਰਲ ਗੌਰਮੈਂਟ ਦਾ ਡਿਸੀਜ਼ਨ ਸੀਗਾ ਫੌਜ ਨੂੰ ਪੰਜਾਬ ਦੇ ਵਿੱਚ ਭੇਜਣਾ, ਔਰ ਦਰਬਾਰ ਸਾਹਿਬ ਦੇ ਉੱਤੇ ਔਰ ਕਈ ਅਬਾਊਟ 38-39 ਹੋਰ ਗੁਰਦੁਆਰਾ ਸਾਹਿਬ ਦੇ ਉੱਤੇ ਜੋ ਐਕਸ਼ਨ ਹੋਇਆ। ਇਹ ਡਿਸੀਜ਼ਨ ਡਿਸਟ੍ਰਿਕਟ ਲੈਵਲ 'ਤੇ ਡੀਸੀਜ਼ ਦੇ 'ਤੇ ਨਹੀਂ ਹੋਇਆ। ਇਹਦਾ ਡਿਸੀਜ਼ਨ ਦਾ ਜੋ ਸ਼ੁਰੂਆਤ ਹੋਈ ਹੈ ਉਹ ਯੂਨੀਅਨ ਕੈਬਨਿਟ ਦੀ ਪੋਲੀਟੀਕਲ ਅਫੇਅਰਸ ਦੀ ਸਬ ਕਮੇਟੀ ਦੀ ਮੀਟਿੰਗ 'ਚ ਹੋਇਆ, ਲਗਭਗ 20 ਮਈ 1984 ਦੇ ਕਰੀਬ। ਉਸ ਮੀਟਿੰਗ ਵਿੱਚ ਪ੍ਰਣਾਬ ਮੁਖਰਜੀ ਜੋ ਹਿੰਦੁਸਤਾਨ ਦੇ ਬਾਅਦ 'ਚ ਪ੍ਰੈਜ਼ੀਡੈਂਟ ਬਣੇ, ਉਹ ਵੀ ਹਾਜ਼ਰ ਸਨ ਇਨ ਹਿਸ ਕੈਪੈਸਿਟੀ ਐਜ਼ ਫਾਈਨੈਂਸ ਮਿਨਿਸਟਰ। ਉਹਨਾਂ ਨੇ ਪਬਲਿਕਲੀ ਇਹ ਡਿਸਕਲੋਜ਼ ਕੀਤਾ ਕਿ ਉਸ ਸਮੇਂ ਉਹਨਾਂ ਨੇ ਮਿਲਟਰੀ ਐਕਸ਼ਨ ਨੂੰ ਅਪੋਜ਼ ਕੀਤਾ ਕੈਬਨਿਟ ਦੀ ਸਬ ਕਮੇਟੀ 'ਚ, ਲੇਕਿਨ ਸਰਕਾਰ ਦਾ ਫੈਸਲਾ ਹੋ ਗਿਆ ਕਿ ਫੌਜ ਨੂੰ ਭੇਜਣਾ ਹੈ। ਤੋ ਇਹ ਵੀ ਹੁਣ ਪਬਲਿਕ ਡੋਮੇਨ ਦੇ ਵਿੱਚ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬਾ ਨੇ 26 ਮਈ ਨੂੰ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਸਨ ਉਸ ਸਮੇਂ, ਉਹਨਾਂ ਨੂੰ ਬੁਲਾਇਆ ਔਰ ਆਦੇਸ਼ ਦਿੱਤੇ ਕਿ ਫੌਜ ਜਿਹੜੀ ਆ ਉਹ ਪੰਜਾਬ 'ਚ ਕੂਚ ਕਰੇ। 29 ਨੂੰ ਫਿਰ ਮੀਟਿੰਗ ਹੋਈ ਦੋਨਾਂ ਦੀ, ਚੀਫ ਆਫ ਆਰਮੀ ਸਟਾਫ ਐਂਡ ਪ੍ਰਾਈਮ ਮਿਨਿਸਟਰ ਦੀ, ਔਰ 29 ਨੂੰ ਹੀ ਜਿਸ ਦੀ ਡਿਊਟੀ ਲੱਗੀ ਗਈ ਉਹ 9 ਡਿਵੀਜ਼ਨ ਸੀਗਾ ਆਰਮੀ ਦਾ, ਮੇਰਠ ਦੇ ਵਿੱਚ ਬੇਸਡ ਅੰਡਰ ਦਾ ਕਮਾਂਡ ਆਫ ਮੇਜਰ ਜਨਰਲ KS ਬਰਾੜ। ਉਹ ਉੱਥੋਂ ਮੇਰਠ ਤੋਂ ਕੂਚ ਕਰਕੇ ਅੰਮ੍ਰਿਤਸਰ ਪਹੁੰਚ ਗਿਆ ਸੀਗਾ, ਔਰ 3 ਜੂਨ ਨੂੰ ਰਾਤ ਨੂੰ ਫੌਜ ਨੇ ਆਪਣੀ ਘੇਰਾ ਪਾਇਆ, ਅਤੇ ਐਕਚੁਅਲ ਐਕਸ਼ਨ ਜਿਹੜਾ ਹੈਗਾ ਉਹ 5 ਔਰ 6 ਦੀ ਰਾਤ ਜਿਹੜੀ ਹੈ ਉਹਦੇ ਵਿੱਚ ਹੋਇਆ। ਚਾਹੇ ਪਹਿਲਾਂ CRPF ਦੇ ਨਾਲ ਐਕਸਚੇਂਜ ਆਫ ਫਾਇਰ ਜਾਂ ਉਹਨਾਂ ਵੱਲੋਂ ਫਾਇਰ ਦਰਬਾਰ ਸਾਹਿਬ ਕਿ ਨਹੀਂ, ਉਹ 1 ਜੂਨ ਨੂੰ ਹੀ ਹੋ ਗਿਆ ਸੀਗਾ। ਉਸ ਸਮੇਂ ਇਹ ਸਾਰੇ ਵਾਕਿਆ ਦੇ ਦੌਰਾਨ ਸਰਦਾਰ ਗੁਰਦੇਵ ਸਿੰਘ ਬਰਾੜ, ਮੇਰੇ ਪ੍ਰੈਡੀਸੈਸਰ ਜੋ ਸਨ, ਉਹ ਉੱਥੇ ਡਿਪਟੀ ਕਮਿਸ਼ਨਰ ਸਨ, ਔਰ 3 ਤਰੀਕ ਨੂੰ ਸੁਬਾਹ 11 ਵਜੇ ਤੋਂ ਲੈ ਕੇ ਉਹਨਾਂ ਨੇ ਹੀ ਅੰਮ੍ਰਿਤਸਰ ਵਾਲਡ ਸਿਟੀ ਦੇ ਉੱਤੇ ਕਰਫਿਊ ਇੰਪੋਜ਼ ਕੀਤਾ ਸੀਗਾ। ਸੋ ਇਹ ਤਾਂ ਹੈ ਸੀਕੁਐਂਸ ਆਫ ਇਵੈਂਟਸ। ਜੇ ਤੁਸੀਂ ਪੁੱਛੋ ਵੀ ਪੰਜਾਬ ਸਰਕਾਰ ਦਾ ਇਹਦੇ 'ਚ ਕੀ ਰੋਲ ਸੀ, ਤੇ ਉਹ ਜੋ ਤੱਥ ਪਬਲਿਕ ਡੋਮੇਨ ਦੇ ਵਿੱਚ ਹਨ, ਉਹਨਾਂ ਮੁਤਾਬਕ ਕੇਂਦਰੀ ਸਰਕਾਰ ਨੇ ਉਸ ਸਮੇਂ ਦੇ ਗਵਰਨਰ BD ਪਾਂਡੇ ਜੀ ਨੂੰ ਦਿੱਲੀ ਬੁਲਾਇਆ, ਔਰ 2 ਜੂਨ ਨੂੰ ਉਹ ਸ਼ਾਮ ਨੂੰ ਪਰਤੇ ਚੰਡੀਗੜ੍ਹ, ਔਰ ਵਾਪਸ ਆ ਕੇ ਉਹਨਾਂ ਨੇ ਉਸ ਸਮੇਂ ਦੇ ਜੋ ਮੁੱਖ ਸਕੱਤਰ ਸਨ KD ਵਾਸੂਦੇਵਾ ਜੀ, ਹੀ ਇਜ਼ ਵੈਰੀ ਓਲਡ ਬਟ ਹੀ ਇਜ਼ ਅਰਾਊਂਡ ਅਲਾਈਵ, ਅਤੇ ਉਸ ਸਮੇਂ ਦੇ ਮੁੱਖ ਗ੍ਰਹਿ ਸਕੱਤਰ ਸਰਦਾਰ ਅਮਰੀਕ ਸਿੰਘ ਪੁਨੀ ਨੂੰ ਰਾਜ ਭਵਨ ਸੰਮਨ ਕੀਤਾ, ਔਰ ਉੱਥੇ ਉਹਨਾਂ ਨੂੰ ਦੱਸਿਆ ਵੀ ਗੌਰਮੈਂਟ ਆਫ ਇੰਡੀਆ ਨੇ ਫੈਸਲਾ ਕਰ ਲਿਆ ਅਤੇ ਤੁਸੀਂ ਫੌਜ ਦੀ ਫਾਰਮਲ ਰਿਕੁਜੀਸ਼ਨ ਕਰੋ। ਉੱਥੇ ਹੀ ਚਿੱਠੀ ਡਿਕਟੇਟ ਹੋਈ। ਪੁਨੀ ਸਾਹਿਬ ਥੋੜ੍ਹੇ ਜਿਹੇ ਰਿਲੈਕਟੈਂਟ ਸੀਗੇ ਦਸਤਖਤ ਕਰਨ ਨੂੰ, ਬਟ ਅਲਟੀਮੇਟਲੀ ਉਹਨਾਂ ਨੇ ਗਵਰਨਰ ਸਾਹਿਬ ਦੇ ਕਹੇ ਤੋਂ ਉਹ ਦਸਤਖਤ ਕੀਤੇ, ਔਰ ਲੈਫਟੀਨੈਂਟ ਜਨਰਲ ਸੁੰਦਰ ਜੀ ਜੋ ਉਸ ਸਮੇਂ ਦੇ ਵੈਸਟਰਨ ਕਮਾਂਡ ਦੇ ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਸਨ, ਉਹ ਰਾਜ ਭਵਨ ਆਏ, ਉਹਨਾਂ ਨੂੰ ਉਹ ਚਿੱਠੀ ਦਿੱਤੀ ਗਈ। ਚਾਹੇ ਫੌਜ 29 ਮਈ ਨੂੰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਵੀ ਪਹਿਲਾਂ ਪਹੁੰਚ ਚੁੱਕੀ ਸੀ, ਲੇਕਿਨ ਫਾਰਮਲ ਰਿਕੁਜੀਸ਼ਨ ਜੋ ਹੈ ਪੰਜਾਬ ਦੇ ਲਈ ਉਹ
ਉਹ 2 ਜੂਨ ਨੂੰ ਪੁਨੀ ਸਾਹਿਬ ਦੇ ਹੁਕਮਾਂ ਦੇ ਨਾਲ ਹੋਈ। ਔਰ ਪੰਜਾਬ 'ਚ ਜੋ ਐਕਸ਼ਨ ਹੋਇਆ ਉਹ ਜਿੱਦਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਸਿਰਫ ਦਰਬਾਰ ਸਾਹਿਬ 'ਤੇ ਨਹੀਂ, ਕੋਈ ਆਲਮੋਸਟ 38, 39, 40 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੇ ਵਿੱਚ ਫੌਜ ਗਈ, ਜਿਹਦੇ 'ਚ ਮੁੱਖ ਤੌਰ 'ਤੇ ਤਲਵੰਡੀ ਸਾਬੋ ਤਖਤ, ਹਾਂਜੀ, ਅਤੇ ਮੁਕਤਸਰ ਸਾਹਿਬ ਗੁਰਦੁਆਰਾ, ਪਟਿਆਲੇ ਦੁੱਖ ਨਿਵਾਰਨ ਗੁਰਦੁਆਰਾ, ਉੱਥੇ ਗੋਲੀ ਵੀ ਚੱਲੀ, ਬੰਦਾ ਵੀ ਡੈਥ ਹੋਈ, ਜਾਂ ਭੱਠਾ ਸਾਹਿਬ ਰੋਪੜ। ਸੋ ਇਸ ਤਰ੍ਹਾਂ ਹੋਇਆ। ਇਹਨਾਂ ਜ਼ਿਲ੍ਹਿਆਂ 'ਚ ਕਿਸੇ ਵੀ ਡਿਪਟੀ ਕਮਿਸ਼ਨਰ ਜਾਂ ਡੀਐਮ ਵੱਲੋਂ ਕੋਈ ਫਾਰਮਲ ਆਰਡਰ ਰਿਕੁਜੀਸ਼ਨ ਦਾ ਜਾਂ ਫੌਜ ਨੂੰ ਹੁਕਮ ਜਿਹੜਾ ਨਹੀਂ ਹੋਇਆ, ਕਿਉਂਕਿ ਇੱਕ ਅੰਬਰੈਲਾ ਆਰਡਰ ਜਿਹੜਾ ਸੀਗਾ ਸਟੇਟ ਲੈਵਲ ਦੇ ਉੱਤੇ ਇਸ਼ੂ ਹੋ ਚੁੱਕਿਆ ਸੀ। ਔਰ ਇੱਕ ਤੁਹਾਨੂੰ ਯਾਦ ਹੋਊ ਸ਼ਾਇਦ 1983 ਦੇ ਵਿੱਚ 2 ਨਵੇਂ ਕਾਨੂੰਨ ਜਿਹੜੇ ਸੀ ਪੰਜਾਬ 'ਚ ਉਹ ਇਨਫੋਰਸ ਕੀਤੇ ਗਏ। ਇੱਕ ਸੀਗਾ ਡਿਸਟਰਬਡ ਏਰੀਆਜ਼ ਐਕਟ 1983, ਜਿਹਦੇ ਨਾਲ ਪੰਜਾਬ ਨੂੰ ਡਿਸਟਰਬਡ ਏਰੀਆ ਡਿਕਲੇਅਰ ਕਰ ਦਿੱਤਾ ਗਿਆ ਸੀਗਾ। ਸੈਕੰਡ ਐਕਟ ਸੀਗਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ 1983, ਜਿਸ ਦੇ ਤਹਿਤ ਸਿਕਿਉਰਿਟੀ ਫੋਰਸਿਸ ਨੂੰ ਜੋ ਨਾਰਮਲ ਪੁਲਿਸ ਦੀਆਂ ਪਾਵਰਸ ਹੁੰਦੀਆਂ ਨੇਗੀਆਂ, ਸਰਚ ਦੀ, ਸੀਜ਼ਰ ਦੀ, ਅਰੈਸਟ ਦੀ, ਗੋਲੀ ਚਲਾਉਣ ਦੀ, ਇਹ ਫੌਜ ਨੂੰ, ਮਤਲਬ ਸਿਕਿਉਰਿਟੀ ਫੋਰਸਿਸ ਨੂੰ ਸਾਰਿਆਂ, ਜਿਹਦੇ 'ਚ BSF CRPF ਵੀ ਆ ਜਾਂਦੇ ਨੇ, ਇਹਨਾਂ ਨੂੰ ਦੇ ਦਿੱਤੀਆਂ ਗਈਆਂ ਸਨ। ਸੋ ਇਹਨਾਂ ਪਾਵਰਸ ਦੇ ਤਹਿਤ ਔਰ ਜੋ ਪੁਨੀ ਸਾਹਿਬ ਵੱਲੋਂ ਚਿੱਠੀ ਫੌਜ ਨੂੰ ਦਿੱਤੀ ਗਈ ਰਿਕੁਜੀਸ਼ਨ ਆਰਡਰ, ਉਹਦੇ ਤਹਿਤ ਜਿਹੜਾ ਸੀਗਾ ਫੌਜ ਨੇ ਐਕਟ ਕਰਕੇ ਕਾਰਵਾਈ ਕੀਤੀ। ਇਹ ਸਾਰੀ ਕਾਰਵਾਈ ਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਕੋਈ ਰੋਲ ਨਹੀਂ ਸੀ। ਸਾਰੀ ਪਲੈਨਿੰਗ ਜੋ ਸੀ ਔਰ ਸਾਰਾ ਐਗਜ਼ੀਕਿਊਸ਼ਨ ਜੋ ਸੀਗਾ ਉਹ ਫੌਜ ਨੇ ਆਪਦੇ ਲੈਵਲ 'ਤੇ ਕੀਤਾ। ਸਰ, ਤੁਸੀਂ ਹੁਣੇ ਕਿਹਾ ਕਿ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਸੀ ਉਹਦੀ ਕੋਈ ਇਹਦੇ ਵਿੱਚ ਜ਼ਿਆਦਾ ਰੋਲ ਨਹੀਂ ਸੀ, ਪਰ ਸਰ ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ ਕਿ ਜਿਹੜੀ ਮੀਟਿੰਗਸ ਹੋਈਆਂ ਸੀਗੀਆਂ ਜਿਹਦੇ ਵਿੱਚ ਜਿਹੜੇ ਸੀਗੇ ਡੈਫੀਨੇਟਲੀ DCs ਵੀ ਅਤੇ ਸਾਰੇ ਜਿਹੜੇ ਨੇ ਉੱਥੇ ਵਿਰਾਜਮਾਨ ਸੀਗੇ ਸਰ, ਕਿਉਂਕਿ ਆਪਾਂ ਦੇਖਦੇ ਹਾਂ ਕਿ ਹੁਣ ਵੀ ਜੇ ਆਪਾਂ ਦੇਖੀਏ ਜ਼ਿਲ੍ਹਿਆਂ ਦੇ ਵਿੱਚ ਛੋਟੀ ਤੋਂ ਛੋਟੀ ਚੀਜ਼ ਵੀ ਹੁੰਦੀ ਹੈ, ਜਾਂ ਬਾਹਰੋਂ ਆਪਾਂ ਪੈਰਾਮਿਲਟਰੀ ਫੋਰਸਿਸ ਮੰਗਵਾਉਂਦੇ ਹਾਂ ਜਾਂ ਫੌਜ ਕਿਤੇ ਲਾਣੀ ਪੈ ਜਾਂਦੀ ਹੈ, ਤਾਂ ਡੈਫੀਨੇਟਲੀ ਸਟੇਟ ਅਫੇਅਰ ਵੀ ਹੁੰਦਾ, ਕਿਉਂਕਿ ਸਟੇਟ ਨੂੰ ਪਤਾ ਹੁੰਦਾ ਹੈ। ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਵੀ ਸਟੇਟ ਐਡਮਿਨਿਸਟ੍ਰੇਸ਼ਨ ਨੂੰ ਬਿਲਕੁਲ ਇਤਲਾਹ ਹੀ ਨਾ ਕੀਤੀ ਗਈ ਹੋਵੇ, ਬਿਲਕੁਲ ਉਹਨਾਂ ਦੇ ਮਤਲਬ ਕਿ ਨੋ ਹਾਊ 'ਚ ਲੈ ਕੇ ਆਈ ਜਾਂਦੀ ਹੈ ਜੀ ਗੱਲ ਬਾਤ ਪੂਰੀ। ਪਰ ਉਹ ਐਸਾ, ਕਿਉਂਕਿ ਮਾਹੌਲ ਵੀ ਇੱਦਾਂ ਹੀ ਬਣਿਆ ਸੀ, ਤੁਸੀਂ ਆਪ ਹੀ ਇਸ ਗੱਲ ਨੂੰ ਕਿਹਾ ਵੀ ਆਲਰੇਡੀ ਜਿਹੜੀ ਫੌਜ ਸੀਗੀ ਉਹ ਪਹਿਲੇ ਹੀ ਉੱਥੇ ਆ ਚੁੱਕੀ ਸੀ, ਅਤੇ ਫੌਜ ਦਾ ਕਿਤੇ ਵੀ ਆਉਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਇੰਡੀਕੇਸ਼ਨ, ਸੰਕੇਤ ਹੁੰਦਾ। ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ। ਮੈਂ ਜਿਹੜਾ ਕਿਹਾ ਕਿ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੋਈ ਰੋਲ ਨਹੀਂ ਸੀਗਾ, ਉਹ ਜੋ ਆਪਰੇਸ਼ਨ ਹੋਏ ਨੇਗੇ ਉਹਨਾਂ ਦੀ ਆਪਰੇਸ਼ਨਸ ਦੀ ਪਲੈਨਿੰਗ ਵੀ ਕਿੱਦਾਂ ਆਪਰੇਸ਼ਨ ਕਰਨਾ ਹੈ, ਕਿਹੜੀ ਤਰੀਕ ਨੂੰ ਕਰਨਾ ਹੈ, ਕਿਵੇਂ ਕਰਨਾ ਹੈ, ਉਹਦੇ 'ਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੋਈ ਹੱਥ ਨਹੀਂ ਸੀਗਾ। ਜਿੱਥੋਂ ਤੱਕ ਫੌਜ ਦਾ ਪੰਜਾਬ 'ਚ ਆਉਣ ਦੇ ਬਾਰੇ ਨੌਲੇਜ ਹੈ ਐਡਮਿਨਿਸਟ੍ਰੇਸ਼ਨ ਨੂੰ ਸਿਵਲ, ਉਹ ਸਿਰਫ ਗਵਰਨਰ ਸਾਹਿਬ, ਮੁੱਖ ਸਕੱਤਰ, ਹੋਮ ਸੈਕਟਰੀ ਅਤੇ ਉਸ ਟਾਈਮ ਦੇ ਐਡਵਾਈਜ਼ਰ ਟੂ ਗਵਰਨਰ ਸੁਰਿੰਦਰ ਨਾਥ ਜੀ, ਜਿਹੜੇ ਬਾਅਦ 'ਚ ਪੰਜਾਬ ਦੇ ਗਵਰਨਰ ਵੀ ਬਣੇ ਨੇਗੇ, ਇਹਨਾਂ 5 ਬੰਦਿਆਂ ਤੋਂ ਇਲਾਵਾ ਕਿਸੇ ਹੋਰ ਬੰਦੇ ਨੂੰ ਨਹੀਂ ਸੀ ਨੌਲੇਜ। ਇਨਫੈਕਟ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕੀਤੀ ਹੈ, ਪਹਿਲੀ ਮੀਟਿੰਗ ਜਨਰਲ ਬਰਾੜ ਨੇ 3 ਤਰੀਕ ਸ਼ਾਮ ਨੂੰ 5 ਵਜੇ ਅੰਮ੍ਰਿਤਸਰ ਕੀਤੀ। ਉਹਨਾਂ ਨੇ ਚਿੱਠੀ ਲਿਖੀ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ, DO ਲੈਟਰ, ਕਿ ਵੀ ਮੈਂ ਇੱਥੇ ਆ ਗਿਆ, ਮੈਨੂੰ ਆਦੇਸ਼ ਹੋਏ ਨੇ ਕਿ ਸਿਵਲ ਐਡਮਿਨਿਸਟ੍ਰੇਸ਼ਨ ਦੀ ਏਡ ਦੇ ਵਿੱਚ ਮੈਂ ਐਕਟ ਕਰਾਂ ਅਤੇ ਮੈਂ ਮੀਟਿੰਗ ਕਰਾਂਗਾ, ਤੁਸੀਂ ਸਾਰੇ ਆ ਜਾਓ। ਤੋ ਉਹਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਸਾਹਿਬ ਗੁਰਦੇਵ ਸਿੰਘ ਬਰਾੜ ਨੂੰ ਇਹ ਪਤਾ ਲੱਗਿਆ ਕਿ ਵੀ ਫੌਜ ਆ ਗਈ ਹੈ ਅਤੇ ਇਹਨਾਂ ਨੇ ਕਾਰਵਾਈ ਕਰਨੀ ਹੈ। ਉਸ ਮੀਟਿੰਗ 'ਚ ਮੈਂ 3 ਤਰੀਕ ਨੂੰ ਉੱਥੇ ਪਹੁੰਚ ਗਿਆ ਸੀਗਾ। ਬਰਾੜ ਸਾਹਿਬ ਨੇ ਮੈਨੂੰ ਕਿਹਾ ਵੀ ਤੁਸੀਂ ਚਾਰਜ ਲੈਣਾ ਅੱਗੇ ਨੂੰ ਅਤੇ ਤੁਸੀਂ ਨਾਲ ਚੱਲੋ। ਮੈਂ ਵੀ ਗਿਆ ਉਹਨਾਂ ਦੇ ਨਾਲ। ਮੇਰੇ ਤੋਂ ਇਲਾਵਾ SSP ਜ਼ਿਲ੍ਹੇ ਦੇ ਚੌਧਰੀ ਸੂਬੇ ਸਿੰਘ, ਜੋ ਬਾਅਦ 'ਚ ਡਾਇਰੈਕਟਰ ਜਨਰਲ ਆਫ ਪੁਲਿਸ ਵੀ ਬਣੇ ਪੰਜਾਬ ਦੇ, ਉਹ ਹਾਜ਼ਰ ਸਨ। ਪੰਡੇਰ ਸਾਹਿਬ DIG BSF ਸਨ, ਔਰ ਉਹ ਬਾਅਦ ਫਿਰ ਡਾਇਰੈਕਟਰ ਜਨਰਲ ਪੁਲਿਸ ਬਣੇ ਮਨੀਪੁਰ ਦੇ ਅਤੇ NSG ਦੇ। ਇਸ ਤੋਂ ਇਲਾਵਾ ਸ਼ਰਮਾ ਜੀ ਹੁੰਦੇ ਸੀ ਐਡੀਸ਼ਨਲ DIG ਜਲੰਧਰ ਰੇਂਜ, ਉਹ ਸੀਗੇ। MPS ਔਲਖ ਸਾਹਿਬ ਜਿਹੜੇ ਬਾਅਦ 'ਚ ਡਾਇਰੈਕਟਰ ਜਨਰਲ ਬਣੇ ਨੇ, ਉਸ ਟਾਈਮ ਇੰਟੈਲੀਜੈਂਸ ਬਿਊਰੋ ਸੀਗੇ, ਉਹ ਹਾਜ਼ਰ ਸੀਗੇ। ਪੰਜਾਬ ਦੇ ਇੱਕ SP ਹੁੰਦੇ ਸੀ ਪੰਡਤ ਹਰਜੀਤ ਸਿੰਘ, SP CID ਸੀ ਉਹਨਾਂ ਦਿਨਾਂ 'ਚ, ਉਹ ਹਾਜ਼ਰ ਸਨ। ਉਸ ਮੀਟਿੰਗ ਵਿੱਚ ਪਹਿਲੀ ਵਾਰ ਜਨਰਲ ਬਰਾੜ ਨੇ ਸਾਨੂੰ ਦੱਸਿਆ ਕਿ ਵੀ ਮੈਂ ਆਈ ਹੈਵ ਕਮ ਹੇਅਰ ਇਨ ਏਡ ਟੂ ਸਿਵਲ ਅਥਾਰਿਟੀ।
ਲੇਕਿਨ ਉਸ ਮੀਟਿੰਗ 'ਚ ਵੀ ਕਿ ਇਹ ਜਾਣਕਾਰੀ ਨਹੀਂ ਸਾਨੂੰ ਕਿਸੇ ਨੇ ਦਿੱਤੀ ਕਿ ਕਿਸ ਦਿਨ ਫੌਜ ਜਿਹੜੀ ਉਹ ਕਾਰਵਾਈ ਕਰੇਗੀ। ਹਾਂਜੀ, ਸੋ ਮੈਂ ਫਿਰ ਕਲੀਅਰ ਕਰ ਦਿਆਂ ਕਿ ਆਪਰੇਸ਼ਨ ਦੇ ਜੋ ਐਗਜ਼ੀਕਿਊਸ਼ਨ ਪਲੈਨਿੰਗ ਔਰ ਐਕਸ਼ਨ ਹੋਇਆ ਉਹਦੇ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਅਧਿਕਾਰੀ ਐਸੋਸੀਏਟਡ ਨਹੀਂ ਸੀਗਾ। ਸਰ ਇੱਥੇ ਇੱਕ ਗੱਲ ਆਉਂਦੀ ਹੈ ਕਿ ਜਿਹੜੇ ਜਿਸ ਤੁਸੀਂ ਜ਼ਿਕਰ ਕੀਤਾ BSF ਦੇ ਜਿਹੜੇ ਪਧੇਰ ਸਾਹਿਬ ਸੀਗੇ, ਉਹਨਾਂ ਨੇ ਉਹ ਕਿਸੇ ਇੱਕ ਪਾਰਟਿਕੂਲਰ ਐਕਸ਼ਨ ਦੀ ਜਦੋਂ ਗੱਲ ਆਈ ਤੇ ਉੱਥੇ ਰਿਲੈਕਟੈਂਟ ਵੀ ਹੋਏ ਸੀਗੇ। ਤੇ ਐਸੀ ਕੋਈ ਗੱਲ ਜਿਹੜਾ ਇੱਕ ਐਪੀਸੋਡ ਬਾਰ-ਬਾਰ ਕਿਤੇ ਨਾ ਕਿਤੇ ਉਹ ਸੁਣਾਈ ਦਿੰਦਾ ਹੈਗਾ, ਉਹਦੇ ਬਾਰੇ 'ਚ ਤੁਹਾਨੂੰ ਕੋਈ ਜਾਣਕਾਰੀ ਜਾਂ ਕੀ ਤੁਸੀਂ ਕਹਿਣਾ ਚਾਹੋਗੇ? ਦੇਖੋ ਜੀ, ਉਹ ਵੀ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਸੀਗਾ। ਇਹ ਵੀ ਪਬਲਿਕ ਡੋਮੇਨ 'ਚ ਹੈ, ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਉਸ ਨੂੰ। ਉਹ ਹੋਇਆ ਇਸ ਤਰ੍ਹਾਂ ਕਿ ਜਨਰਲ ਬਰਾੜ ਨੇ ਆਦੇਸ਼ ਦਿੱਤੇ ਕਿ ਵੀ BSF ਤੇ CRPF ਜਿਹੜੀ ਹੈ ਫਾਇਰਿੰਗ ਕਰੇਗੀ। ਇੰਟੈਂਟ ਉਹਨਾਂ ਦੀ ਇਹ ਸੀਗੀ ਕਿ ਜੇ ਫਾਇਰਿੰਗ ਹੋਏਗੀ ਤਾਂ ਮਿਲੀਟੈਂਟਸ ਜਿਹੜੇ ਨੇ ਫਾਇਰ ਬੈਕ ਕਰਨਗੇ। ਤਾਂ ਉਸ ਐਕਸਚੇਂਜ ਆਫ ਫਾਇਰ ਦੇ ਵਿੱਚ ਜੋ ਮੋਰਚਾਬੰਦੀ ਹੋਈ ਹੈ ਦਰਬਾਰ ਸਾਹਿਬ ਦੀ, ਉਹ ਪਤਾ ਲੱਗ ਜਾਏਗਾ ਵੀ ਕਿੱਥੇ ਕਿੱਥੇ ਮੋਰਚਾ ਹੈ, ਕਿਸ ਤਰ੍ਹਾਂ ਦੇ ਵੈਪਨ ਕਿਹੜੇ ਮੋਰਚੇ 'ਚ ਨੇ। ਤੋ ਪੰਡੇਰ ਸਾਹਿਬ ਨੇ ਡਿਮਾਂਡ ਕੀਤਾ ਵੀ ਮੈਨੂੰ ਜਦ ਤੱਕ ਲਿਖਤੀ ਆਰਡਰ ਨਹੀਂ ਦਿੰਦੇ ਮੈਂ ਨਹੀਂ ਕਰਾਂਗਾ। ਜੇ ਮੇਰੇ ਤੇ ਗੋਲੀ ਆਊਗੀ ਮੈਂ ਜ਼ਰੂਰ ਜਵਾਬ ਦਿਆਂਗਾ, ਪਰ ਬਿਨਾਂ ਉੱਧਰੋਂ ਫਾਇਰ ਹੋਏ ਦੇ ਮੈਂ ਨਹੀਂ ਕਰਾਂਗਾ। ਸੋ ਆਪਸ 'ਚ ਡਿਫਰੈਂਸ ਆਫ ਓਪੀਨੀਅਨ ਸੀਗਾ। ਹਾਂਜੀ, ਅਲਟੀਮੇਟਲੀ ਪੰਡੇਰ ਸਾਹਿਬ ਛੁੱਟੀ ਚਲੇ ਗਏ ਅਤੇ ਉਹਨਾਂ ਦੀ ਜਗ੍ਹਾ ਰਿਪਲੇਸਮੈਂਟ ਆ ਗਈ ਸੀ। ਸਰ ਤੁਸੀਂ ਉੱਥੇ ਆਏ, ਤੁਸੀਂ ਜਿਵੇਂ ਕਿਹਾ ਕਿ 3 ਜੂਨ ਨੂੰ ਤੁਸੀਂ ਉੱਥੇ ਚਾਰਜ ਲਿਆ। 4 ਜੂਨ ਨੂੰ ਜੀ ਸੁਬਾਹ, 4 ਜੂਨ ਸਵੇਰੇ। ਅਤੇ ਤੁਹਾਡੇ ਜਿਹੜੇ ਪ੍ਰੈਡੀਸੈਸਰ ਸੀਗੇ ਪਹਿਲੇ ਬਰਾੜ ਸਾਹਿਬ, ਉਹ ਕਿਵੇਂ ਚਲੇ ਗਏ ਅਤੇ ਤੁਸੀਂ ਆਏ ਕਿਵੇਂ? ਮਤਲਬ ਕਿ ਇੱਕਦਮ ਜਿਹੜੀ ਟਰਾਂਸਫਰ ਉਸ ਟਾਈਮ ਹੋਣਾ ਜਾਂ ਚਾਰਜ ਲੈਣਾ ਜਾਂ ਜਿਹੜਾ ਰੱਦੋ ਬਦਲ ਸੀਗਾ, ਉਹਦਾ ਵੀ ਕੋਈ ਨਾ ਕੋਈ ਡੈਫੀਨੇਟਲੀ ਇੱਕ ਸਟੋਰੀ ਹੈ। ਹਾਂਜੀ, ਇਸ ਤਰ੍ਹਾਂ ਜੀ ਅਚਾਨਕ ਕੁਛ ਨਹੀਂ ਹੋਇਆ। ਅਪ੍ਰੈਲ ਦੇ ਮਹੀਨੇ ਵਿੱਚ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਛੁੱਟੀ ਲਈ ਅਪਲਾਈ ਕੀਤਾ ਸੀ ਐਕਸ ਇੰਡੀਆ ਅਮਰੀਕਾ ਜਾਣ ਦੇ ਲਈ। ਔਰ ਜਦ ਇਹ ਐਕਸ ਇੰਡੀਆ ਲੀਵ ਹੋਵੇ ਤਾਂ ਪਹਿਲਾਂ ਅਪਲਾਈ ਕਰਨਾ ਪੈਂਦਾ। ਉਹਨਾਂ ਦਾ ਬੇਟਾ ਅਮਰੀਕਾ ਰਹਿੰਦਾ ਅਤੇ ਉਦੋਂ ਉੱਥੇ ਕੋਈ ਸਪੋਰਟਸ ਈਵੈਂਟ ਸੀਗਾ। ਔਰ ਸਰਦਾਰ ਗੁਰਦੇਵ ਸਿੰਘ ਬਰਾੜ ਇੰਟਰਨੈਸ਼ਨਲ ਕੋਚ ਨੇ ਹਾਕੀ ਦੇ, ਤਾਂ ਉਹ ਉਹਨਾਂ ਨੇ ਆਪਣਾ ਕਿਹਾ ਵੀ ਮੈਂ ਅਟੈਂਡ ਕਰਨਾ ਹੈਗਾ। ਤਾਂ ਗੌਰਮੈਂਟ ਨੇ ਜਿਹੜਾ ਸੀਗਾ ਪਹਿਲਾਂ ਤਾਂ ਉਹਨਾਂ ਨੂੰ ਸੁਜੈਸਟ ਕੀਤਾ ਵੀ ਤੁਸੀਂ ਪੋਸਟਪੋਨ ਕਰ ਦਿਓ ਅਜੇ, ਉਹ ਕਹਿੰਦੇ ਨਹੀਂ ਮੈਂ ਜਾਣਾ ਹੈ। ਤਾਂ ਛੁੱਟੀ ਉਹਨਾਂ ਨੇ ਅਪਲਾਈ ਕੀਤੀ, ਛੁੱਟੀ ਉਹਨਾਂ ਦੀ ਸੈਂਕਸ਼ਨ ਹੋ ਗਈ। ਛੁੱਟੀ ਉਹਨਾਂ ਦੀ ਜਿਹੜੀ ਸੈਂਕਸ਼ਨ ਹੋਈ ਸੀਗੀ ਨਾ ਜੀ, ਉਹ 5 ਜੂਨ ਤੋਂ ਹੋਈ ਸੀ। 8 ਜੂਨ ਦੀਆਂ ਉਹਨਾਂ ਨੇ ਟਿਕਟਾਂ ਬੁੱਕ ਕਰਾਈਆਂ ਹੋਈਆਂ ਸੀਗੀਆਂ ਦਿੱਲੀ ਤੋਂ ਅਮਰੀਕਾ ਜਾਣ ਲਈ ਵਾਇਆ ਲੰਡਨ। ਔਰ ਮੇਰੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਜਦ ਮੈਨੂੰ ਗੌਰਮੈਂਟ ਨੇ ਸਾਊਂਡ ਕੀਤਾ ਕਿ ਤੁਸੀਂ ਟੇਕ ਓਵਰ ਕਰਨਾ ਉਹਨਾਂ ਦੀ ਜਗ੍ਹਾ, ਅਤੇ ਉਹਨਾਂ ਨੇ ਵੀ ਇਹੀ ਮੈਨੂੰ ਕਿਹਾ ਵੀ ਤੁਸੀਂ ਆ ਜਾਓ, 5 ਤਰੀਕ ਨੂੰ ਚਾਰਜ ਲੈ ਲਿਓ, ਕਿਉਂਕਿ ਮੈਂ 2-3 ਦਿਨ ਸਮਾਨ ਪੈਕਿੰਗ ਪੂਕਿੰਗ ਕਰਨੀ ਹੈ ਅਤੇ ਫਿਰ ਦਿੱਲੀ ਜਾਣਾ ਹੋਣਾ। ਤੋ ਸਾਡਾ ਆਪਸ 'ਚ ਗੱਲਬਾਤ ਹੋ ਕੇ ਇਹ ਤੈਅ ਹੋ ਗਿਆ ਸੀ ਵੀ ਮੈਂ 4 ਤਰੀਕ ਨੂੰ ਸ਼ਾਮ ਨੂੰ ਪਹੁੰਚ ਜਾਵਾਂਗਾ ਅਤੇ 5 ਨੂੰ ਸੁਬਾਹ ਉੱਥੋਂ ਉਹਨਾਂ ਤੋਂ ਚਾਰਜ ਲਵਾਂਗਾ। ਨਾ ਉਹਨਾਂ ਨੂੰ ਪਤਾ ਸੀਗਾ ਵੀ ਫੌਜ ਦਾ ਐਕਸ਼ਨ ਹੋਣਾ, ਨਾ ਮੈਨੂੰ ਪਤਾ ਸੀ। ਜੋ ਗੌਰਮੈਂਟ ਦੇ ਆਰਡਰ ਇਸ਼ੂ ਹੋਏ ਉਹਦੇ 'ਚ ਵੀ ਇਹੀ ਲਿਖਿਆ ਹੋਇਆ ਸੀ ਵੀ 5 ਤਰੀਕ ਨੂੰ ਮੈਂ ਜਾ ਕੇ ਚਾਰਜ ਲੈਣਾ ਉਹਨਾਂ ਤੋਂ। ਲੇਕਿਨ 3 ਤਰੀਕ ਨੂੰ ਫਿਰ ਵਾਸੂਦੇਵਾ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਪਹਿਲਾਂ ਚਲੇ ਜਾਓ, ਹਾਲਾਤ ਜਿਹੜੇ ਨੇਗੇ ਉਹ ਵਿਗੜੇ ਹੋਏ ਨੇਗੇ। ਅੱਛਾ, 3 ਤਰੀਕ ਨੂੰ ਫਿਰ ਪੰਜਾਬ 'ਚ ਕਰਫਿਊ ਲੱਗ ਗਿਆ ਸਾਰੇ 'ਚ, ਤੁਹਾਨੂੰ ਪਤਾ ਹੀ ਹੈ। ਤੋ ਮੈਂ ਉੱਥੇ ਪਹੁੰਚ ਗਿਆ ਜੀ 4 ਨੂੰ, ਸੁਬਾਹ 4 ਵਜੇ ਅਰਲੀ ਮਾਰਨਿੰਗ ਉਹਨਾਂ ਤੋਂ ਚਾਰਜ ਲਿਆ ਅਤੇ ਉਹਨਾਂ ਨੂੰ ਅਸੀਂ ਰਵਾਨਗੀ ਪਾਈ, ਉਹਨਾਂ ਦੀ ਪਾਇਲਟ ਦਿੱਤਾ ਉਹਨਾਂ ਨੂੰ, ਕਿਉਂਕਿ ਬਲੋਕੇਡ ਹੋ ਗਈਆਂ ਸੀਗੀਆਂ ਜਗ੍ਹਾ ਜਗ੍ਹਾ। ਉਹ ਪੰਜਾਬ ਭਵਨ ਸਿੱਧੇ ਦਿੱਲੀ ਪਹੁੰਚੇ, ਉੱਥੋਂ ਫਿਰ 8 ਤਰੀਕ ਨੂੰ ਉਹ ਅੱਗੇ ਅਬਰੋਡ ਚਲੇ ਗਏ। ਸੋ ਇਹ ਸਡਨ ਨਹੀਂ ਸੀ ਜੀ, ਇੱਕ ਪਹਿਲਾਂ ਹੀ ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਛੁੱਟੀ, ਔਰ ਉਸ ਛੁੱਟੀ ਦਾ ਬਲੂ ਸਟਾਰ ਨਾਲ ਕੋਈ ਸੰਬੰਧ ਨਹੀਂ ਸੀ। ਸਰ ਤੁਸੀਂ ਇੱਕ ਸੀਜ਼ਨਡ ਆਫਿਸਰ ਰਹੇ ਹੋ, ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਰਹੇ ਹੋ, ਕਾਫੀ ਤੁਸੀਂ ਪੰਜਾਬ ਦੇ ਵਿੱਚ ਕੰਮ ਕੀਤਾ ਹੈ ਅਤੇ ਤੁਹਾਡੇ ਹੋਰ ਕੈਡਰ ਤੋਂ ਵੀ ਤੁਸੀਂ ਦੂਸਰੇ ਕੈਡਰ ਤੋਂ ਆਏ ਫਿਰ ਇੱਥੇ ਆ ਗਏ। ਸਰ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਜੇ ਅਸੀਂ ਗੱਲ ਕਰੀਏ 5 ਔਰ 6 ਦੀ ਗੱਲ ਕਰੀਏ, ਜਿਹੜੀ ਕਿ ਸਭ ਤੋਂ ਜ਼ਿਆਦਾ ਮਤਲਬ ਇੱਕ ਤਰ੍ਹਾਂ ਦਾ ਕੰਬਾ ਦੇਣ ਵਾਲੀਆਂ ਰਾਤਾਂ ਜਾਂ ਦਿਨ ਸੀਗੇ ਉਦੋਂ, ਅਤੇ ਹੁਣ ਤਾਂ ਜੂਨ ਜਿਹੜਾ ਇਸ ਵਾਰੀ ਬਹੁਤ ਜ਼ਿਆਦਾ ਹੰਬਲ ਜੂਨ ਹੈ, ਗਰਮੀ ਨਹੀਂ ਹੈ। ਉਦੋਂ ਗਰਮੀ ਬਹੁਤ ਸੀਗੀ, ਬਹੁਤ ਬੁਰਾ ਹਾਲ ਸੀਗਾ। ਅਤੇ ਇੱਕ ਤੁਸੀਂ
ਆਫੀਸਰ ਜਿਹੜੇ ਅੱਜ ਹੁਣ ਇਸ ਪੜਾਅ 'ਤੇ ਆ ਗਏ ਹੋ, ਤੁਸੀਂ ਕੀ ਸੋਚਦੇ ਹੋ ਕਿ ਉਦੋਂ ਡੈਫੀਨੇਟਲੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਫੌਜ ਨੇ ਐਕਸ਼ਨ ਕਰਨਾ ਹੈ, ਜਾਂ ਪਰ ਇੱਕ ਆਫੀਸਰ ਦੀ ਨਜ਼ਰ ਤੋਂ ਕਿਤੇ ਨਾ ਕਿਤੇ ਮਨ ਦੇ ਵਿੱਚ ਤੁਹਾਨੂੰ ਇਹ ਗੱਲ ਆਉਂਦੀ ਸੀਗੀ ਕਿ ਇਹ ਕੋਈ ਨਾ ਕੋਈ ਐਕਸ਼ਨ ਹੋਏਗਾ, ਫੌਜ ਤਾਂ ਹੀ ਇੰਨੀ ਜੁਟੀ ਹੋਈ ਹੈ, ਕਰਫਿਊ ਲੱਗ ਰਹੇ ਹੈ, ਜਾਂ ਸਾਰਾ ਹੌਲੀ ਹੌਲੀ ਉਹ ਤਾਣਾ ਬਾਣਾ ਕਿਤੇ ਮਨ ਦੇ ਅੰਦਰ ਤੇ ਦਿਲ ਦੀ ਗੱਲ ਜਿਹੜੀ ਹੈਗੀ ਹੈ, ਕਿਉਂਕਿ ਮੈਨੂੰ ਲੱਗਦਾ ਹੈ 35-36 ਸਾਲ ਬੀਤ ਜਾਣ ਦੇ ਬਾਅਦ ਇੱਕ ਆਫੀਸਰ ਇੱਕ ਹਿਊਮਨ ਬੀਇੰਗ ਵੀ ਹੈਗਾ ਅਤੇ ਪੰਜਾਬ ਦਾ ਰਹਿਣ ਵਾਲਾ ਵੀ ਹੈਗਾ, ਉਹਨਾਂ ਦੇ ਅੰਦਰ ਵੀ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਹੋਣਗੀਆਂ। ਅਤੇ ਨਾਲੇ ਤੁਸੀਂ ਕੀ ਦੇਖਿਆ ਉੱਥੋਂ ਫਿਰ ਉਹਦੇ ਬਾਅਦ ਇਹਨਾਂ ਦਿਨਾਂ ਦੇ ਵਿੱਚ? ਦੇਖੋ ਜੀ, ਜਿੱਥੇ ਤੱਕ ਤਾਂ ਫੌਜ ਦਾ ਸੰਬੰਧ ਹੈ ਨਾ, ਜਿੱਦਾਂ ਮੈਂ ਤੁਹਾਨੂੰ ਅਰਜ਼ ਕੀਤਾ ਵੀ ਮੈਂ ਤਾਂ 3 ਜੂਨ ਨੂੰ ਉੱਥੇ ਪਹੁੰਚਿਆ ਅੰਮ੍ਰਿਤਸਰ, ਤੋਂ 3 ਜੂਨ ਤੱਕ ਤਾਂ ਕੋਈ ਹਲਚਲ ਹੈ ਨਹੀਂ ਸੀ ਵਿਜ਼ੀਬਲ। ਨਾਰਮਲ ਮੂਵਮੈਂਟ ਜੋ ਹੁੰਦੀ ਹੈ ਟਰੂਪਸ ਦੀ, ਉਹ ਸਾਰੇ ਪੰਜਾਬ 'ਚ ਹੀ ਸੀਗੀ, ਲੇਕਿਨ ਕੋਈ ਐਸਾ ਕਿਸੇ ਨੂੰ ਅੰਦੇਸ਼ਾ ਨਹੀਂ ਸੀਗਾ ਕਿ ਕੋਈ ਐਕਸ਼ਨ ਹੋ ਰਿਹਾ ਹੈ। ਐਜ਼ ਏ ਮੈਟਰ ਆਫ ਫੈਕਟ ਤੁਸੀਂ ਯਾਦ ਕਰੋਗੇ ਕਿ ਪ੍ਰਾਈਮ ਮਿਨਿਸਟਰ ਸਾਹਿਬਾ ਨੇ 3 ਦੀ ਰਾਤ ਨੂੰ ਨੇਸ਼ਨ ਨੂੰ ਐਡਰੈਸ ਕੀਤਾ ਸੀਗਾ, ਔਰ ਉਹਦੇ 'ਚ ਵੀ ਉਹਨਾਂ ਨੇ ਗੱਲ ਇਹੀ ਕਹੀ ਸੀ ਕਿ ਵੀ ਪੀਸ ਹੋਵੇ, ਰੀਕਨਸੀਲੀਏਸ਼ਨ ਹੋਵੇ, ਗੱਲਬਾਤ ਦੇ ਨਾਲ ਜਿਹੜਾ ਮਸਲਾ ਹੱਲ ਹੋਵੇ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਫੌਜ ਜਿਹੜੀ ਹੈ ਉਹ ਪੰਜਾਬ 'ਚ ਕਿਉਂ ਆਈ ਹੈ, ਹਾਂਜੀ। ਸੋ ਇਹ ਤਾਂ ਜਦ ਜਿਹੜੀ ਉਹ ਮੀਟਿੰਗ 'ਚ ਉਹਨਾਂ ਨੇ ਦੱਸਿਆ ਵੀ 8, ਉਦੋਂ ਵੀ ਸਾਨੂੰ ਨਹੀਂ ਸੀ ਪਤਾ ਵੀ ਇਹ ਦਰਬਾਰ ਸਾਹਿਬ ਐਂਟਰ ਕਰਨਗੇ, ਬਟ ਵਨ ਕੁਡ ਗੈਸ ਆਫਟਰ ਆਲ ਕਿਉਂ ਆਈ ਹੈ ਫੌਜ ਜਿਹੜੀ ਹੈਗੀ ਹੈ, ਬਟ ਦੈਟ ਵਾਜ਼ ਔਨ 3rd ਈਵਨਿੰਗ, ਹਾਂਜੀ। ਅਤੇ ਜਿੱਥੇ ਤੱਕ ਹਾਲਾਤ ਦਾ ਸਵਾਲ ਹੈ ਜੀ, ਇੱਕ ਬਹੁਤ ਹੀ ਦੁਖਦਾਈ ਅਤੇ ਦਰਦਨਾਕ ਘਟਨਾ ਸੀਗੀ, ਵਾਪਰੀ ਹੈ। ਤੋ ਇਹਦਾ ਸਾਰਿਆਂ ਨੂੰ ਹੀ ਦੁੱਖ ਹੈ ਜੀ। ਹਾਂਜੀ, ਪਰ ਸਰ ਤੁਸੀਂ ਵਿਜ਼ਿਟ ਕੀਤਾ ਹੋਏਗਾ, ਤੁਸੀਂ ਦੇਖਿਆ ਹੋਏਗਾ, ਤੁਸੀਂ ਆਪਣੀ ਜਿਹੜਾ ਫਸਟ ਵਿਟਨੈਸ ਦੇ ਤੌਰ 'ਤੇ ਜਾਂ ਇੱਕ ਤਰ੍ਹਾਂ ਦਾ ਅੱਖਾਂ ਡਿੱਠੇ ਜਿਹੜਾ ਗੱਲ ਹੈਗੀ ਹੈ ਉਹ ਸ਼ੇਅਰ ਕਰੋ। ਨਹੀਂ ਜੀ, ਮੈਂ ਦਰਬਾਰ ਸਾਹਿਬ ਜੋ ਹੈ ਆਪਰੇਸ਼ਨ ਤੋਂ ਸਮਾਪਤ ਹੋਏ ਤੋਂ ਫਿਰ ਗਿਆ ਗਾ। ਉਸ ਤੋਂ ਪਹਿਲਾਂ ਤਾਂ ਉੱਥੇ ਫੌਜ ਦਾ ਹੀ ਸਾਰਾ ਸੀਗਾ। ਤੋ ਡੈਡ ਬੋਡੀਜ਼ ਦੀ ਜੋ ਹੈ ਉਹਨਾਂ ਦੀ ਰਿਮੂਵਲ, ਉਹਨਾਂ ਦਾ ਪੋਸਟਮਾਰਟਮ, ਉਹਨਾਂ ਦਾ ਸੰਸਕਾਰ, ਇਹ ਇੱਕ ਬੜਾ ਵੱਡਾ ਜਿਹੜਾ ਸੀਗਾ ਪ੍ਰੋਬਲਮ ਸੀਗੀ, ਬਿਕੋਜ਼ ਨੰਬਰ ਆਫ ਡੈਥਸ ਕਾਫੀ ਹੋ ਗਈਆਂ ਸੀਗੀਆਂ। ਸੋ ਸਟੇਟ ਗੌਰਮੈਂਟ ਨੇ ਮਿਊਨਸਿਪਲ ਕਾਰਪੋਰੇਸ਼ਨ ਨੂੰ ਇਹਦਾ ਜ਼ਿੰਮਾ ਦਿੱਤਾ। ਕਮਿਸ਼ਨਰ ਸੀਗੇ ਕੰਵਰ ਗੁਲਵੰਤ ਸਿੰਘ ਉੱਥੇ ਅੰਮ੍ਰਿਤਸਰ। ਤੋਂ ਸਾਰੀ ਐਡਮਿਨਿਸਟ੍ਰੇਸ਼ਨ ਆਪਰੇਸ਼ਨ ਤੋਂ ਬਾਅਦ ਦਰਬਾਰ ਸਾਹਿਬ ਦੀ ਜਿਹੜੀ ਹੈਗੀ ਹੈ ਕਲੀਨਲੀਨੈਸ, ਉਹਦੀ ਮਰਿਆਦਾ ਨੂੰ ਰਿਸਟੋਰ ਕਰਕੇ, ਬਹਾਲ ਕਰਕੇ, ਉਹ ਦੁਬਾਰਾ ਜਿਹੜਾ ਹੈਗਾ ਉੱਥੇ ਪਾਠ ਸ਼ੁਰੂ ਕਰਾਉਣਾ, ਕੀਰਤਨ ਸ਼ੁਰੂ ਕਰਾਉਣਾ, ਇਹਦੇ ਵਿੱਚ ਸਾਰੀ ਲੱਗ ਗਈ ਸੀਗੀ। ਔਰ ਕਈ ਜਗ੍ਹਾ ਦਰਬਾਰ ਸਾਹਿਬ ਦੇ ਇਰਦ ਗਿਰਦ ਬਹੁਤ ਨੁਕਸਾਨ ਹੋ ਗਿਆ ਸੀਗਾ। ਦਰਬਾਰ ਸਾਹਿਬ ਦਾ ਤਾਂ ਖੈਰ ਹੋਇਆ ਹੀ ਹੋਇਆ, ਇਰਦ ਗਿਰਦ ਬਹੁਤ ਨੁਕਸਾਨ ਹੋ ਗਿਆ ਸੀਗਾ। ਪ੍ਰਾਈਵੇਟ ਪ੍ਰੋਪਰਟੀਜ਼ ਦਾ ਕਈ ਘਰ ਟੁੱਟ ਗਏ ਸੀਗੇ, ਗਿਰ ਗਏ ਸੀਗੇ, ਗੋਲੀਆਂ ਲੱਗੀਆਂ ਲੋਕਾਂ ਦੇ ਬਾਹਰ ਦਰਬਾਰ ਸਾਹਿਬ ਤੋਂ। ਤਾਂ ਉਹ ਸਾਰਾ ਫਿਰ ਤਕਰੀਬਨ 5-6 ਮਹੀਨੇ ਜਿਹੜਾ ਹੈ ਨਾ ਜੀ, ਉਹ ਉਸੇ 'ਚ ਹੀ ਲੱਗੇ ਕਿ ਅਸੈਸ ਕਰੋ ਕਿੰਨਾ ਲੋਸ ਕਿਹਨੂੰ ਹੋਇਆ। ਕਮੇਟੀਆਂ ਬਣੀਆਂ ਦਰਬਾਰ ਸਾਹਿਬ ਦੇ ਅੰਦਰ ਦੇ ਲੋਸ ਦੀਆਂ ਵੀ ਅਤੇ ਬਾਹਰ ਦੀਆਂ ਵੀ। ਫਿਰ ਕੰਪਨਸੇਸ਼ਨ ਜਿਹੜਾ ਸੀਗਾ ਉੱਧਰ ਧਿਆਨ ਚਲਾ ਗਿਆ ਐਡਮਿਨਿਸਟ੍ਰੇਸ਼ਨ ਦਾ। ਉਸ ਤੋਂ ਬਾਅਦ ਫਿਰ ਗਲਿਆਰਾ ਸਕੀਮ ਆ ਗਈ, ਤਾਂ ਉਹ ਸਾਰੇ ਚੱਲਦੇ ਰਹੇ ਜੀ। ਸਰ, ਜਿਹੜਾ ਗੋਲਡਨ ਟੈਂਪਲ ਦੇ ਵਿੱਚ, ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਤੁਸੀਂ ਹੁਣ ਡੈਡ ਬੋਡੀਜ਼ ਦੀ ਗੱਲ ਕਰ ਰਹੇ ਹੋ, ਜਾਂ ਜਿਹੜੇ ਉੱਥੇ ਲੋਕਾਂ ਦੀਆਂ ਜਾਨਾਂ ਗਈਆਂ, ਤੁਹਾਡੇ ਗਿਣਤੀ ਮਿਣਤੀ ਦੇ ਵਿੱਚ ਕਿੰਨੇ ਕੁ ਲੋਕ ਸੀਗੇ, ਔਰ ਮਤਲਬ ਕਿੰਨਾ ਔਖਾ ਸੀ ਉਹ ਸਾਰਾ ਸੀਨ? ਭਾਜੀ ਸੀਨ ਤਾਂ ਬਹੁਤ ਹੀ ਦਰਦਨਾਕ ਸੀਗਾ, ਹਾਂਜੀ, ਘਟਨਾ ਦਾ। ਜਿੱਥੇ ਤੱਕ ਨੰਬਰ ਆਫ ਡੈਥਸ ਦਾ ਹੈਗਾ, ਉਸ ਮੌਕੇ ਦੇ ਉੱਤੇ ਸਰ ਅਪਾਰ ਸਿੰਘ ਬਾਜਵਾ DSP ਸਿਟੀ ਅੰਮ੍ਰਿਤਸਰ ਹਾਜ਼ਰ ਸੀਗੇ, ਇੰਚਾਰਜ ਸੀਗੇ ਉਹ ਡੈਡ ਬੋਡੀਜ਼ ਦੇ ਰਿਮੂਵਲ ਦੇ। ਤਾਂ ਉਹਨਾਂ ਨੇ ਜੋ ਕਾਊਂਟ ਕੀਤੀਆਂ 717 ਬੋਡੀਜ਼ ਜਿਹੜੀਆਂ ਸੀਗੀਆਂ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ, ਉਹ ਕਾਊਂਟ ਕੀਤੀਆਂ। ਔਰ ਇਹਦੀ ਪੁਸ਼ਟੀ ਜਿਹੜੀ ਹੈਗੀ ਹੈ, ਇੱਕ ਜਨਰਲ ਲੈਫਟੀਨੈਂਟ ਜਨਰਲ ਹੁਣ ਹੋਏ ਨੇ, ਜਿਹੜੇ ਕਿ ਸੁੰਦਰ ਜੀ ਦੇ ਸਕਸੈਸਰ GOC ਵੈਸਟਰਨ ਕਮਾਂਡ ਸੀਗੇ। ਉਹਨਾਂ ਨੇ ਵੀ ਇੱਕ ਕਿਤਾਬ ਲਿਖੀ ਹੈ, ਉਹਦੇ 'ਚ ਵੀ ਉਹਨਾਂ ਨੇ ਇਹੀ ਫਿਗਰ ਦਿੱਤੀ ਹੈ। ਇਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਅੰਦਰ ਤੋਂ ਇਲਾਵਾ ਬਾਹਰ ਡੈਥਸ ਹੋਈਆਂ ਕੁਛ ਤਕਰੀਬਨ 26 ਦੇ ਕਰੀਬ। ਕੁਛ ਜਿਹੜੇ ਇੰਜਰਡ ਬੰਦੇ ਦਰਬਾਰ ਸਾਹਿਬ ਤੋਂ ਸ਼ਿਫਟ ਹੋਏ ਹੌਸਪੀਟਲਸ ਦੇ ਵਿੱਚ, ਉਹ ਵੀ ਬਾਅਦ 'ਚ ਕੁਛ ਬੰਦੇ ਇਸ ਕੰਮ ਕਰ ਗਏ। ਤੋਂ ਟੋਟਲ ਨੰਬਰ ਜਿਹੜਾ ਹੈ ਜੀ, ਲਗਭਗ ਡੈਥਸ ਦਾ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਉਹਨਾਂ ਦਿਨਾਂ ਦਾ ਕੋਈ ਤਕਰੀਬਨ 800 ਦੇ ਕਰੀਬ ਹੋਏਗਾ ਜੀ।
ਸਰ ਤੁਹਾਨੂੰ ਬਹੁਤ ਉਦੋਂ ਔਖਾ ਨਹੀਂ ਲੱਗਿਆ ਸੀ ਇੱਕ ਵਾਰ ਜਦੋਂ ਕਿ ਚੰਗੇ ਭਲੇ ਤੁਸੀਂ ਕਿਸੇ ਹੋਰ ਕੈਡਰ 'ਚ ਦੂਰ ਬੈਠੇ ਸੀ ਤੇ ਇਹ ਜੇ ਸੀਨ ਦਾ ਜਾਂ ਇਹ ਜੇ ਇੱਕ ਜਿਹੜਾ ਹਾਦਸਾ ਪੰਜਾਬ ਦੇ ਵਿੱਚ ਇੱਕ ਕਾਲਾ ਧੱਬਾ ਬਣ ਕੇ ਦਰਜ ਹਜੇ ਤੱਕ ਹੈਗਾ, ਉਹਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਸਾਈਡ ਤੇ ਤੁਹਾਨੂੰ ਉਹਦਾ ਹਿੱਸਾ ਬਣਨਾ ਪਿਆ? ਜੀ ਇਟ ਵਾਸ ਵੈਰੀ ਅਨਫੋਰਚੂਨੇਟ, ਵੈਰੀ ਸੈਡ, ਹਾਂਜੀ, ਔਰ ਬੜੀ ਇੱਕ ਤਰ੍ਹਾਂ ਦੀ ਬੰਦੇ ਨੂੰ ਹਿਲਾਉਣ ਵਾਲੀ ਜਿਹੜੀ ਸੀਗੀ ਇਹ ਸਾਰਾ ਕੁਝ ਹੋਇਆ। ਪਰ ਜਿਹੜਾ ਤੁਸੀਂ ਦੂਜਾ ਪਾਰਟ ਕਿਹਾ ਕਿ ਦੂਜੇ ਕਾਡਰ 'ਚ ਬੈਠੇ ਸੀ, ਦੂਜੇ ਕਾਡਰ 'ਚ ਨਹੀਂ ਸੀ ਜੀ ਮੈਂ, ਇਹ ਵੀ ਭੁਲੇਖਾ ਹੈਗਾ, ਇਹ ਮੈਂ ਕਲੀਅਰ ਕਰ ਦਿਆਂ। ਮੈਂ ਪੰਜਾਬ ਦੇ ਵਿੱਚ ਸੰਨ 1978 ਦੇ ਵਿੱਚ ਆ ਗਿਆ ਸੀਗਾ, ਔਰ ਮੇਰੀ ਪਹਿਲੀ ਪੋਸਟਿੰਗ ਜਿਹੜੀ ਹੈਗੀ ਹੈ ਉਹ ਐਜ਼ ADC ਫਰੀਦਕੋਟ ਸੀ। ਉਸ ਸਮੇਂ ਸਿਮਰਨਜੀਤ ਸਿੰਘ ਮਾਨ SSP ਸੀ, ਉੱਥੇ ਮੇਰਾ ਗੁਆਂਢੀ ਸੀ ਰੈਜ਼ੀਡੈਂਸ ਆਫੀਸ਼ੀਅਲ ਦੇ ਵਿੱਚ। ਅਤੇ ਉਦੋਂ ਬਾਅਦ ਫਿਰ ਮੈਂ ADC ਸੰਗਰੂਰ 1 ਸਾਲ ਲਾਇਆ, ਫਿਰ ਮੈਂ ਜੁਆਇੰਟ ਸੈਕਟਰੀ ਐਜੂਕੇਸ਼ਨ ਸੀਗਾ ਚੰਡੀਗੜ੍ਹ। ਉਸ ਤੋਂ ਬਾਅਦ ਮੈਂ ਡਾਇਰੈਕਟਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਸੀਗਾ 1983 ਦੇ ਵਿੱਚ ਅਤੇ 1984 'ਚ। ਸੋ ਬਾਹਰੋਂ ਇਹ ਮੈਂ ਤੁਸੀਂ ਇੰਡਾਇਰੈਕਟ ਲਿਆ ਜਾਂ ਮੈਨੂੰ ਸਵਾਲ ਪੁੱਛਿਆ, ਸਿੱਧਾ ਪੁੱਛਦੇ ਤਾਂ ਮੈਂ ਹੋਰ ਡਿਟੇਲ ਦੱਸ ਦਿੰਦਾ। ਇਹ ਬਿਲਕੁਲ ਭੁਲੇਖਾ ਲੋਕਾਂ ਨੂੰ, ਮੈਂ ਬਾਹਰੋਂ ਨਹੀਂ ਸੀ ਆਇਆ, ਮੈਂ ਪੰਜਾਬ 'ਚ ਹੀ ਸੀ, ਸੰਨ 1978 ਦਾ ਪੰਜਾਬ ਸੀ। ਸਰ ਪਦਮ ਸ਼੍ਰੀ ਨੂੰ ਲੈ ਕੇ ਵੀ ਕਈ ਵਾਰੀ ਜਿਹੜੇ ਦਿੱਤਾ ਗਿਆ, ਬਾਅਦ ਵਿੱਚ ਕਈ ਵਾਰੀ ਇਹ ਗੱਲਾਂ ਆਉਂਦੀਆਂ ਨੇ ਬਈ ਸ਼ਾਇਦ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਅਫਸਰ ਸੀਗੇ ਜਾਂ ਉੱਥੇ ਉਹਨਾਂ ਨੇ ਉਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰੀਕ ਕੀਤਾ, ਉਹਨਾਂ ਨੂੰ ਸ਼ਾਇਦ ਨਵਾਜ਼ਿਆ ਗਿਆ। ਇਹਦੇ ਬਾਰੇ 'ਚ ਕਾਫੀ ਗੱਲਾਂ ਉੱਡਦੀਆਂ ਨੇ, ਕਾਫੀ ਵਾਰੀ ਕੰਟਰੋਵਰਸੀਜ਼ ਵੀ ਬਣ ਕੇ ਕਈ ਵਾਰੀ ਆ ਜਾਂਦੀਆਂ ਨੇ। ਤੁਸੀਂ ਇਹਦੇ ਬਾਰੇ 'ਚ ਆਪਣਾ ਕੀ ਜਿਹੜਾ ਵਿਚਾਰ ਰੱਖਦੇ ਹੋ? ਇਸ ਤਰ੍ਹਾਂ ਜੀ, ਪਦਮ ਸ਼੍ਰੀ ਜਿਹੜਾ ਹੈਗਾ ਉਹ ਤਕਰੀਬਨ 2 ਸਾਲ ਬਾਅਦ 84 'ਚ ਹੋਇਆ, ਇਹ 87 'ਚ ਜਾ ਕੇ ਦਿੱਤਾ ਗਿਆ। ਤਾਂ ਸਰਕਾਰ ਨੇ ਕਿਉਂ ਦਿੱਤਾ, ਮੈਂ ਇਹ ਤਾਂ ਹੁਣ ਸਰਕਾਰ ਨੂੰ ਪਤਾ ਹੋਏਗਾ, ਲੇਕਿਨ ਆਰਮੀ ਐਕਸ਼ਨ ਤੋਂ ਇਲਾਵਾ ਇੰਨਾ ਕੁਝ ਉੱਥੇ ਹੋਇਆ। ਹੁਣ ਮੈਂ ਤੁਹਾਨੂੰ ਦੱਸਦਾ ਵੀ ਦਰਬਾਰ ਸਾਹਿਬ ਦੇ ਇਰਦ ਗਿਰਦ ਲਗਭਗ 300 ਘਰ ਅਤੇ ਦੁਕਾਨਾਂ ਉਹ ਢਹਿ ਗਈਆਂ ਜਾਂ ਟੁੱਟ ਗਈਆਂ, ਹਾਂਜੀ। ਉਹਨਾਂ ਸਾਰਿਆਂ ਦੀ ਇੱਕ ਨਵੀਂ ਮਾਰਕੀਟ ਬਣਾਈ ਦਰਬਾਰ ਸਾਹਿਬ ਦੇ ਬਰਾਬਰ, ਸਾਰਿਆਂ ਨੂੰ ਰੀਹੈਬਲੀਟੇਟ ਕੀਤਾ ਉੱਥੇ ਟੈਂਪਰੇਰੀ, ਹਾਂਜੀ। ਫਿਰ ਕੰਪਨਸੇਸ਼ਨ ਦਿੱਤਾ, ਸਾਰਾ ਬਣਾਇਆ, ਗਲਿਆਰਾ ਸਕੀਮ ਸ਼ੁਰੂ ਕਰਾਈ। 84 ਦੇ ਦੰਗੇ ਹੋ ਕੇ ਲੋਕ ਪਹੁੰਚ ਗਏ ਦਰਬਾਰ ਸਾਹਿਬ, ਦਿੱਲੀੋਂ, UP ਤੋਂ, ਲਖਨਊ ਤੋਂ, ਉਹਨਾਂ ਦੀ ਸਾਰੀ ਦੇਖਭਾਲ। ਸੋ ਮਤਲਬ ਇਹ ਜਿਹੜੀ ਸਰਕਾਰ ਕੋਈ ਕਿਸੇ ਨੂੰ ਅਵਾਰਡ ਦਿੰਦੀ ਹੈ ਨਾ, ਉਹ ਇੱਕ ਇਕੱਲੇ ਕੋਈ ਕਿਸੇ ਈਵੈਂਟ ਦਾ ਨਹੀਂ ਹੁੰਦਾ, ਇਹ ਓਵਰਆਲ ਪਰਫਾਰਮੈਂਸ ਦੇਖ ਕੇ ਦਿੱਤਾ ਜਾਂਦਾ। ਇਨ ਐਨੀ ਕੇਸ ਬਲੂ ਸਟਾਰ ਦੇ ਵਿੱਚ ਤਾਂ ਮੇਰਾ ਕੋਈ ਰੋਲ ਹੀ ਨਹੀਂ ਸੀਗਾ, ਹਾਂਜੀ। ਸਰ ਇਸ ਦੇ ਇਲਾਵਾ ਕੋਈ ਐਸੀ ਵਾਕਿਆ ਜਾਂ ਐਸਾ ਗੱਲ ਜਿਹੜੀ ਕਿ ਤੁਸੀਂ ਦੇਖੀ ਹੋਵੇ ਜਾਂ ਤੁਹਾਡੇ ਅੰਦਰ ਕੁਰਬਲ ਕਰ ਰਹੀ ਹੋਵੇ, ਤੁਹਾਨੂੰ ਲੱਗੇ ਕਿ ਮੈਨੂੰ ਬਹੁਤ ਸਮਾਂ ਬੀਤ ਗਿਆ, ਉਹ ਸ਼ਾਇਦ ਕਿਤੇ ਨਾ ਕਿਤੇ ਉਹਦਾ ਜ਼ਿਕਰ ਕਰ ਲੈਣਾ ਚਾਹੀਦਾ, ਕਿਉਂਕਿ ਇਹ ਇੱਕ ਬਹੁਤ ਛੋਟਾ ਮੋਟੀ ਗੱਲ ਨਹੀਂ ਹੈਗੀ, ਬਹੁਤ ਜ਼ਿਆਦਾ ਵੱਡਾ ਹਾਦਸਾ ਸੀਗਾ। ਇੱਕ ਪਰਟੀਕੂਲਰ ਕਮਿਊਨਿਟੀ ਦਾ ਜਿਹੜਾ ਸੀਗਾ ਜਾਂ ਪੰਜਾਬ ਦਾ ਬਹੁਤ ਵੱਡਾ ਡੈਮੇਜ ਹੋਇਆ, ਜਿਹੜਾ ਹਜੇ ਤੱਕ ਪੂਰੀ ਤਰੀਕੇ ਦੇ ਨਾਲ ਲੋਕ ਉਸ ਤੋਂ ਬਾਹਰ ਆ ਹੀ ਨਹੀਂ ਸਕੇ, ਅਤੇ ਸਗੋਂ ਬਾਰ ਜਿਹੜੇ ਨੇ ਉਹ ਸਗੋਂ ਉਹਨਾਂ ਦਾ ਜ਼ਖਮ ਜਿਹੜਾ ਹਰਾ ਹੁੰਦਾ। ਜਸਟਿਸ ਹਜੇ ਤੱਕ ਲੋਕਾਂ ਨੂੰ ਮਿਲਿਆ ਨਹੀਂ। ਉਹਦੇ ਬਾਅਦ ਬਹੁਤ ਦੰਗੇ ਹੋਏ, ਲੋਕ ਮਤਲਬ ਕਿ ਇੱਕ ਜਿਹੜਾ ਪੰਜਾਬ ਦੀ ਇੱਕ ਹਵਾ ਰਵਾਨੀ ਜਿਹੜੀ ਸੀ ਉਹੀ ਸਭ ਬਦਲ ਗਈ, ਅਤੇ ਹਜੇ ਤੱਕ ਉਹ ਕਿਤੇ ਨਾ ਕਿਤੇ ਮਤਲਬ ਠੀਕ ਤਰ੍ਹਾਂ ਉੱਥੇ ਨਹੀਂ ਬੈਠੀ। ਅਤੇ ਇੱਥੋਂ ਤੱਕ ਵੀ ਲੱਗਿਆ ਕਿ ਜਿਹੜਾ ਯੂਥ ਸੀ, ਖਾਸ ਕਰਕੇ ਬਹੁਤ ਸਾਰਾ ਯੂਥ ਸੀ, ਉਹਦੇ ਵਿੱਚ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਹੁਤ ਸਾਰੇ ਬਾਅਦ ਵਿੱਚ ਲੋਕਾਂ 'ਤੇ ਤਸ਼ੱਦਦ ਹੋਇਆ, ਜਿਹੜਾ ਸੀਗਾ ਫੇਕ ਕੇਸਿਸ ਹੋਏ। ਉਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਲਗਾਤਾਰ ਚੱਲਦੀਆਂ ਰਹੀਆਂ, ਔਰ ਹਜੇ ਵੀ ਕਈ ਐਸੇ ਉਹਨਾਂ 'ਚੋਂ ਯੂਥ ਹੈਗਾ ਜਿਹੜਾ ਕਿ 25 30 ਸਾਲ ਉਹਨਾਂ ਨੂੰ ਹੋ ਗਏ ਹੈ, ਅਤੇ ਉਹ ਉਹਦੇ ਹਜੇ ਵੀ ਭੁਗਤ ਭੋਗੀ ਨੇ, ਕੋਈ ਜੇਲ੍ਹਾਂ 'ਚ ਨੇ, ਕੋਈ ਵੈਸੇ ਭੁਗਤ ਭੋਗੀ ਨੇ। ਔਰ ਉਹਨਾਂ ਦੀ ਕਿਸੇ ਨੇ, ਜਿਨ੍ਹਾਂ ਨੇ ਡਾਕਟਰ, ਕਿਸੇ ਨੇ ਇੰਜੀਨੀਅਰ, ਕਿਸੇ ਨੇ ਪਤਾ ਨਹੀਂ ਕੀ ਕੁਝ ਬਣਨਾ ਸੀਗਾ, ਉਹ ਸਾਰੇ ਦੇ ਸਾਰੇ ਇੱਕ ਵਾਰੀ ਜਿਹੜੇ ਨੇ ਉਹ ਅੱਜ ਜ਼ਿੰਦਗੀ ਤੋਂ ਮਤਲਬ ਮੁੱਖ ਉਹਨਾਂ ਦਾ ਮੁੜ ਗਿਆ। ਬਹੁਤ ਸਾਰੇ ਬਾਹਰ ਚਲੇ ਗਏ ਹੈ, ਅਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਵਰਤਾਰੇ ਨੂੰ? ਤੁਸੀਂ ਜੋ ਕਿਹਾ ਜੀ ਉਹ ਬਿਲਕੁਲ ਸੱਚ ਹੈ, ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ। ਇਹਦੇ 'ਚ ਕਿਸੇ ਦੀਆਂ ਵੀ ਕੋਈ ਦੋ ਰਾਇ ਨਹੀਂ। ਪੰਜਾਬ ਦਾ, ਪੰਜਾਬੀਆਂ ਦਾ, ਸਿੱਖਾਂ ਦਾ, ਕਮਿਊਨਿਟੀ ਦਾ ਬਹੁਤ ਲਾਸ ਹੋਇਆ, ਔਰ ਇੱਕ ਪ੍ਰੈਕਟੀਕਲੀ ਯੰਗ ਮੁੰਡਿਆਂ ਦੀ ਜਨਰੇਸ਼ਨ ਜਿਹੜੀ ਹੈਗੀ ਹੈ, ਉਹ ਇੱਕ ਮਿਸਡ ਅਪਰਚੁਨਿਟੀ ਜਿਹੜੀ ਹੈ ਉਹਨਾਂ ਦੀ ਲਾਈਫ ਦੀ ਚਲੀ ਗਈ ਜਿਹੜੀ ਹੈ।
ਇਸੇ ਕਰਕੇ ਮੈਂ ਤੇ ਕਈ ਵਾਰ ਕਿਹਾ ਇਹ ਕਿ ਇੱਕ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਣਾਉਣਾ ਚਾਹੀਦਾ, ਜਿਹੜਾ ਕਿ ਇਸ ਸਾਰੇ ਮਸਲੇ ਦੀ ਜਾਂਚ ਕਰੇ, ਭੜਕਾਊ ਭਾਵਨਾ ਨਾਲ ਨਹੀਂ। ਕਿਉਂਕਿ ਮੈਂ ਇਸ ਗੱਲ ਤੇ ਬਾਰ-ਬਾਰ ਐਮਫੇਸਾਈਜ਼ ਕਰਾਂਗਾ, ਤੁਸੀਂ ਵੀ ਕਿਹਾ ਹੈਗਾ ਕਿ ਇਹ ਜਦ ਈਵੈਂਟ ਆਉਂਦਾ ਹੈਗਾ ਜੂਨ ਦਾ ਮਹੀਨਾ, ਫਿਰ ਭਾਵਨਾਵਾਂ ਭੜਕਣ ਦੀ ਕੋਸ਼ਿਸ਼ ਹੁੰਦੀ ਹੈਗੀ। ਇਹ ਨਹੀਂ ਕਰਨਾ ਚਾਹੀਦਾ, ਲੇਕਿਨ ਰੀਕਨਸੀਲੀਏਸ਼ਨ ਦੇ ਤੌਰ ਦੇ ਉੱਤੇ ਇਹਦਾ ਹੱਲ ਜ਼ਰੂਰ ਲੱਭਣਾ ਚਾਹੀਦਾ। ਸਰ, ਭਾਵਨਾਵਾਂ ਭੜਕਣ ਵਾਲੀ ਗੱਲ ਜਿੱਥੋਂ ਤੱਕ ਤੁਸੀਂ ਕਹੀ ਹੈ, ਲੋਕਾਂ ਦੇ ਮਨ ਵਿੱਚ ਸਿਰਫ ਭਾਵਨਾਵਾਂ ਭੜਕਣ ਵਾਲੀ ਹੀ ਗੱਲ ਨਹੀਂ ਹੈ, ਬਲਕਿ ਉਹਨਾਂ ਦਾ ਦਰਦ ਹੈਗਾ, ਕਿਉਂਕਿ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਹੱਡੀ ਹੰਡਾਇਆ ਹੈ, ਜਿਨ੍ਹਾਂ ਦੀ ਅਗਲੀਆਂ ਜਨਰੇਸ਼ਨਸ, ਅਗਲੀ ਤੋਂ ਅਗਲੀ ਜਨਰੇਸ਼ਨ ਵੀ ਕਿਤੇ ਖਰਾਬ ਹੋਈ ਹੈ, ਉਹਨਾਂ ਨੂੰ ਡੈਫੀਨੇਟਲੀ ਜਿਹੜਾ ਹੈ ਕਿਤੇ ਵੀ ਕੰਪਨਸੇਟ ਕਿਸੇ ਵੀ ਤਰੀਕੇ ਨਾਲ, ਔਰ ਉਹ ਤਦੇ ਹੋਏਗਾ ਜੇ ਰਿਸਪੌਂਸਿਬਿਲਿਟੀ ਫਿਕਸ ਹੋਏਗੀ। ਹਾਂਜੀ, ਹੁਣ ਤੁਸੀਂ ਦੇਖੋ, ਤੁਹਾਡੀ ਪਰਸੈਪਸ਼ਨ ਇੱਕ ਹੋਰ ਹੈਗੀ ਹੈ, ਜਿੱਦਾਂ ਆਪਣੀ ਜਿਹੜੀ ਗੱਲਾਂ ਹੋਈਆਂ ਉਹਦੇ ਬਾਰੇ ਹੀ ਮੈਂ ਕਹਿ ਲਾਂ ਕਿ ਜੀ ਤੁਸੀਂ ਬਾਹਰੋਂ ਆ ਕੇ ਜਿਹੜਾ ਸੀਗਾ ਅੰਮ੍ਰਿਤਸਰ ਚਲੇ ਗਏ। ਸੱਚਾਈ ਕੀ ਹੈ? ਤੁਹਾਡੀ ਸੱਚਾਈ, ਮੇਰੀ ਸੱਚਾਈ, ਉਹਨਾਂ ਦੀ ਸੱਚਾਈ ਕਿ ਅਸਲੀ ਸੱਚਾਈ? ਹਾਂਜੀ, ਉਹ ਕਿਵੇਂ ਪਤਾ ਲੱਗੂਗੀ? ਉਹ ਸੱਚ ਕੀ ਹੈ, ਸੱਚ ਕੀ ਹੈ? ਸੋ ਉਹ ਸੱਚ ਜਿਹੜਾ ਹੈਗਾ ਨਾ ਜੀ, ਉਹ ਤਦੇ ਪਤਾ ਲੱਗੇਗਾ ਜੇ ਤੁਸੀਂ ਇੱਕ ਟਰੁੱਥ ਕਮਿਸ਼ਨ ਬਿਠਾਓਗੇ, ਚੰਗੇ ਐਮੀਨੈਂਟ ਜੁਡੀਸ਼ਲ ਜੱਜਸ ਨੂੰ ਲੈ ਕੇ ਉਹਨਾਂ ਦੇ ਦੁਆਰਾ ਇੱਕ ਪਬਲਿਕ ਇਨਕੁਆਇਰੀ ਹੋਵੇ, ਸਾਰਾ ਰਿਕਾਰਡ ਦੇਖਿਆ ਜਾਵੇ, ਸਾਰਿਆਂ ਨੂੰ ਸੁਣਿਆ ਜਾਵੇ, ਰਿਸਪੌਂਸਿਬਿਲਿਟੀ ਫਿਕਸ ਹੋਵੇ, ਈਵੈਂਟਸ ਕੀ ਹੋਏ ਨੇ ਉਹਨਾਂ ਦਾ ਬਿਆਨ ਹੋਵੇ, ਔਰ ਜੋ ਬੰਦਿਆਂ ਨੇ ਸਫ਼ਰ ਕੀਤਾ ਹੈਗਾ ਉਹਨਾਂ ਨੂੰ ਕੰਪਨਸੇਸ਼ਨ ਮਿਲੇ, ਜਿਹੜੇ ਬੰਦਿਆਂ ਨੇ ਕੋਈ ਗਲਤ ਕੰਮ ਕੀਤਾ ਉਹਨੂੰ ਸਜ਼ਾ ਮਿਲੇ। ਸਰ, ਬਹੁਤ ਸਾਰੇ ਪੁਲਿਸ ਆਫੀਸਰਸ ਵੀ ਸੀਗੇ ਉਸ ਟਾਈਮ 'ਤੇ ਜਿਨ੍ਹਾਂ 'ਤੇ ਬਾਰ-ਬਾਰ ਸਵਾਲ ਖੜੇ ਹੁੰਦੇ ਹੈ, ਅਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਤੁਸੀਂ ਕਿਹਾ ਹੈ ਕਿ ਕੋਈ ਇਨਵੋਲਵਮੈਂਟ ਨਹੀਂ ਸੀਗੀ, ਪਰ ਉਹ ਵੀ ਨਾ ਕਰਦੇ ਕਿ ਕਿਤੇ ਨਾ ਕਿਤੇ ਪਾਰਟ ਬਣ ਜਾਂਦੇ ਹੈ, ਚਾਹੇ ਉਹ ਡਾਇਰੈਕਟਲੀ ਹੋਣ ਜਾਂ ਇਨਡਾਇਰੈਕਟਲੀ ਹੋਣ। ਅਤੇ ਉਸ ਤਰੀਕੇ ਦੇ ਨਾਲ ਅੱਜ ਇੰਨੇ ਸਾਲਾਂ ਦੇ ਬਾਅਦ ਤੁਹਾਡਾ ਜਦੋਂ ਦਿਲ ਕੀਤਾ ਕਿ ਤੁਸੀਂ ਗੱਲ ਕਰੋ, ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਜਾਂ ਕਈ ਹੋਰਾਂ ਨਾਲ ਵੀ ਤੁਸੀਂ ਗੱਲ ਕੀਤੀ ਹੈ, ਅਤੇ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਕਿਸ ਤਰੀਕੇ ਨਾਲ ਮਤਲਬ ਕਿ ਤੁਸੀਂ ਯਾਦ ਕਰਦੇ ਹੋ ਵੀ ਕਿਸ ਤਰ੍ਹਾਂ ਦਾ ਵੇਲਾ ਸੀ, ਕਿਸ ਤਰ੍ਹਾਂ ਦਾ ਸਮਾਂ ਸੀ, ਔਰ ਇੰਨੇ ਸਾਲ ਤੁਸੀਂ ਇਸ ਚੀਜ਼ ਦੇ ਨਾਲ ਕਿਵੇਂ ਹੰਢਾਏ? ਦੇਖੋ, ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਜੀ, ਮੈਂ ਉਹੀ ਦੁਬਾਰਾ ਫੇਰ ਟਰੁੱਥ ਕਮਿਸ਼ਨ ਵੱਲ ਜਾਣਾ। ਹੁਣ ਤੁਸੀਂ ਦੇਖੋ ਵੀ ਕਿੰਨੀਆਂ ਰਿਟਾਂ ਹੋਈਆਂ ਹਾਈ ਕੋਰਟ ਦੇ ਵਿੱਚ, ਕਿੰਨੇ ਕ੍ਰਿਮੀਨਲ ਕੇਸ ਫਾਈਲ ਹੋਏ ਨੇ ਅਫਸਰਾਂ ਦੇ ਖਿਲਾਫ। ਹਾਂਜੀ, ਕਈ ਪੁਲਿਸ ਅਫਸਰਸ ਦੀ ਕਨਵਿਕਸ਼ਨ ਹੋਈ ਹੈ, ਕਈ ਵਿਚਾਰੇ ਸੁਸਾਈਡ ਕਮਿਟ ਕਰ ਗਏ। ਹਾਂਜੀ, ਉਸ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਤਾਂ ਉਹ ਮਤਲਬ ਇਸ ਹਾਲਾਤ ਨੂੰ ਕਿਵੇਂ ਤੁਸੀਂ ਟੈਕਲ ਕਰਨਾ ਹੈਗਾ, ਇਹਨੂੰ ਕੰਪਰੀਹੈਂਸਿਵਲੀ ਟੈਕਲ ਕਰੋ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਿਠਾ ਕੇ। ਅਦਰਵਾਈਜ਼ ਦੁਖਾਂਤ ਉੱਧਰ ਵੀ ਹੈ, ਪੁਲਿਸ ਵਾਲਿਆਂ ਦੇ ਵੀ ਬੰਦੇ ਮਰੇ ਨੇਗੇ, ਫੈਮਲੀਜ਼ ਵੀ ਮਰੀਆਂ ਪੁਲਿਸ ਵਾਲਿਆਂ ਦੀਆਂ। ਹਾਂਜੀ, ਮੇਰਾ ਖਿਆਲ ਹੈ 4 ਜਾਂ 5 ਪੁਲਿਸ ਅਫਸਰਸ ਨੇ ਸੁਸਾਈਡ ਕਮਿਟ ਕੀਤਾ। ਸੋ ਇਹ ਸਾਰਾ ਜਿਹੜਾ ਨਾ ਜੀ, ਇਹਨੂੰ ਟੋਟੈਲਿਟੀ ਨੂੰ, ਪ੍ਰੋਬਲਮ ਨੂੰ ਲੈ ਕੇ ਜਿਹੜਾ ਹੈਗਾ ਦੇਖਣਾ ਚਾਹੀਦਾ। ਪਰ ਸਰ, ਜਿਹੜੇ ਉਹ ਅੰਦਰ ਲੋਕ ਜਿਹੜੇ ਸ਼ਰਧਾਲੂ ਗਏ ਸੀ ਉਸ ਟਾਈਮ 'ਤੇ, ਉਹਨਾਂ ਦਾ ਕੀ ਕਸੂਰ ਸੀ? ਜੇ 1 ਮਿੰਟ ਗੱਲ ਕਰ। ਬਿਲਕੁਲ ਨਹੀਂ ਸੀ ਜੀ। ਮੈਂ ਤਾਂ ਪਹਿਲਾਂ ਕਹਿਤਾ ਕਿ ਜਿਹੜਾ ਸਰਦਾਰ ਗੁਰਦੇਵ ਸਿੰਘ ਬਰਾੜ ਨੇ 3 ਜੂਨ ਨੂੰ ਸੁਬਾਹ 11 ਵਜੇ ਕਰਫਿਊ ਲਾਤਾ, ਉਹਦੇ ਕਰਕੇ ਅੰਦਰ ਲੋਕ ਫਸ ਗਏ। ਹਾਂਜੀ, ਉਹ ਲਾਉਣਾ ਨਹੀਂ ਸੀ ਚਾਹੀਦਾ। ਉਹ ਕਿਉਂ ਲਵਾਇਆ ਸਰਕਾਰ ਨੇ, ਉਹ ਗੁਰਦੇਵ ਬਰਾੜ ਦੱਸਣਗੇ, ਉਹਨਾਂ ਨੂੰ ਪੁੱਛੋ ਤੁਸੀਂ ਜਿਹੜਾ ਹੈਗਾ। ਔਰ ਉਹਦੇ ਕਰਕੇ ਹੀ ਡੈਥਸ ਹੋਈਆਂ ਨੇਗੀਆਂ। ਜੇ ਉਹ ਕਰਫਿਊ ਨਾ ਲੱਗਦਾ ਤਾਂ ਲੋਕਾਂ ਨੇ, ਸ਼ਰਧਾਲੂਆਂ ਨੇ ਮੱਥਾ ਟੇਕ ਕੇ ਚਲੇ ਜਾਣਾ ਸੀਗਾ। ਮੇਬੀ ਇਹ ਸਮਾਲ ਪਰਸੈਂਟੇਜ ਜਿਹੜੀ ਹੈਗੀ ਆ ਰਾਤ ਨੂੰ ਰਹਿ ਜਾਂਦੀ। ਹਾਂਜੀ, ਬਟ ਬਲਕ ਆਫ ਦੈਮ ਵੁੱਡ ਹੈਵ ਗੋਨ ਆਊਟ। ਕਿਉਂਕਿ ਸਰ ਉਹ ਬਹੁਤ ਜ਼ਿਆਦਾ ਵੱਡੀ ਗੱਲ ਸੀਗੀ, ਬਹੁਤ ਛੋਟੇ ਛੋਟੇ ਬੱਚੇ ਵੀ ਸੀ ਉਸ 'ਚ, ਬੀਬੀਆਂ ਵੀ ਸੀਗੀਆਂ, ਬਹੁਤ ਸੀਗੀਆਂ ਜੀ, ਬਹੁਤ ਸੀਗੀਆਂ, ਬਹੁਤ ਸੀਗੇ। ਸਹੀ ਗੱਲ ਹੈ ਤੁਹਾਡੀ, ਬਿਲਕੁਲ। ਹਾਂਜੀ, ਤੇ ਉਹਨਾਂ ਨੇ ਤਾਂ ਸਰ ਬਿਲਕੁਲ ਹੀ ਉਹਨਾਂ ਦੇ ਤਾਂ ਉਹ ਤਾਂ ਕਿਸੇ ਹੋਰ ਨਿਹੱਥੇ ਵਿਚਾਰੇ ਇਨੋਸੈਂਟ ਬੰਦੇ ਫਸ ਗਏ। ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਸਰ ਤੁਹਾਡਾ। ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਇਹ ਸਾਡੇ ਨਾਲ ਸੀਗੇ ਰਮੇਸ਼ਿੰਦਰ ਸਿੰਘ ਜੀ, ਮੌਕੇ ਦੇ ਉਸ ਟਾਈਮ ਦੇ ਡੀਸੀ ਜਿਹੜੇ ਅੰਮ੍ਰਿਤਸਰ ਸੀਗੇ। ਅੱਜ ਉਹਨਾਂ ਨੇ ਕੁਝ ਕੁ ਆਪਣੇ ਮਨ ਦੀਆਂ ਗੱਲਾਂ ਸਾਡੇ ਨਾਲ ਖੋਲ੍ਹੀਆਂ, ਕੁਝ ਫੈਕਟ ਫਾਈਲ ਅਨਫੋਲਡ ਕਰਨ ਦੀ ਅਸੀਂ ਕੋਸ਼ਿਸ਼ ਕੀਤੀ, ਕੁਝ ਉਹਨਾਂ ਨੇ ਕਿਹਾ, ਕੁਝ ਅਸੀਂ ਸੁਣਿਆ, ਅਤੇ ਜੋ ਸੀਗਾ ਉਹ ਸਾਰਾ ਕੁਝ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਪਰ ਬਹੁਤ ਵੱਡੀ ਗੱਲ ਹੈ ਕਿ ਉਹ ਦੁਖਾਂਤ ਇੰਨਾ ਵੱਡਾ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਛੇਤੀ ਛੇਤੀ ਹਜੇ ਇਸ 'ਤੇ ਜਿਹੜੀਆਂ ਹੈਗੀਆਂ
ਗੱਲਾਂ ਹੋ ਸਕਦੀਆਂ ਜਾਂ ਲੋਕ ਜਿਹੜੇ ਨੇ ਇਸ ਦੇ ਨਾਲ ਹਜੇ ਇਸ ਦੁੱਖ 'ਚੋਂ ਨਿਕਲ ਸਕਦੇ ਆ, ਪੰਜਾਬ ਇਸ ਦੁੱਖ 'ਚੋਂ ਨਿਕਲ ਸਕਦਾ ਹੈ, ਕਿਉਂਕਿ ਨਾ ਕਰਦੇ ਕਿਤੇ ਨਾ ਕਿਤੇ ਸਰਕਾਰਾਂ ਨੇ ਉਸ ਤਰੀਕੇ ਨਾਲ ਕੋਸ਼ਿਸ਼ ਹੀ ਨਹੀਂ ਕੀਤੀ ਕਿ ਲੋਕਾਂ ਨੂੰ ਦੁਬਾਰਾ ਤੋਂ ਗਲੇ ਲਾਇਆ ਜਾਏ। ਬਹੁਤ ਦੁੱਖ ਦਾ ਦਿਨ ਸੀਗਾ, ਬਹੁਤ ਦੁੱਖ ਦੀ ਘੜੀ ਸੀਗੀ। ਬਸ ਐਸੇ ਦੁਖਾਂਤ ਦੇ ਨਾਲ ਮੈਨੂੰ ਇੱਕ ਵਾਰੀ ਫਿਰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।